सारे कोई लिखा ਤੁਸੀਂ ਸਾਰੇ ਮੁਬਾਰਕਬਾਦ ਦੇ ਹੱਕਦਾਰ ਹੋ। ਪੰਜਾਬ ਦੇ ਵਿੱਚ ਆਪਣੇ ਨੇੜੇ ਤੇੜੇ ਇਹ ਪਹਿਲਾ ਮੋਰਚਾ ਜਿਹੜਾ ਆਪਣੇ ਪਿੰਡ ਦੀ ਸਫਾਈ ਕਰਨ ਵਾਸਤੇ ਲੱਗਿਆ ਹੋਇਆ। ਪਿੰਡ ਦੀ ਨਸਲ ਨੂੰ ਬਚਾਉਣ ਵਾਸਤੇ ਕਦਮ ਚੱਕਿਆ ਤੁਸੀਂ। ਅੱਜ ਦਾ ਦਿਨ ਇਸ ਗੱਲ ਕਰਕੇ ਵੀ ਬਹੁਤ ਮਹੱਤਵਪੂਰਨ ਆ। ਅੱਜ ਸਾਰੀ ਦੁਨੀਆ ਦੇ ਅੰਦਰ ਮਈ ਦਾ ਜਿਹੜਾ ਦੂਜਾ ਮੰਗਲਵਾਰ ਆ ਇਹ ਮਾਤਾ ਦੇ ਦਿਨ ਦੇ ਨਾਂ ਦੇ ਤੌਰ ਤੇ ਮਨਾਇਆ ਜਾਂਦਾ। ਅੱਜ ਮਦਰਸ ਡੇ ਕਹਿੰਦੇ ਨੇ। ਜਿਨ੍ਹਾਂ ਦੇ ਜਵਾਕ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਨੇ ਉਹਨਾਂ ਨੇ ਆ ਕੇ ਘਰੇ ਦੱਸਿਆ ਹੋਣਾ ਕਿ ਕੱਲ੍ਹ ਨੂੰ ਮਦਰਸ ਡੇ ਆ। ਮਾਵਾਂ ਦਾ ਦਿਨ, ਮਾਵਾਂ ਦਾ ਰੋਲ ਇਸ ਸਮਾਜ ਵਿੱਚ ਬਹੁਤ ਮਹੱਤਵਪੂਰਨ ਆ। ਇਹ ਲੋਕ ਮੋਰਚਾ ਪੰਜਾਬ ਸਮਝਦਾ ਜਾਂ ਪੰਜਾਬ ਦੇ ਹਿੰਦੁਸਤਾਨ ਦੇ ਆਮ ਲੋਕਾਂ ਵਾਸਤੇ ਜੂਝਣ ਵਾਲੇ ਲੋਕ ਨੇ ਜਿਹੜੇ, ਚਾਹੇ ਉਹ ਕਿਸੇ ਫਰੰਟ ਤੇ ਨੇ ਕਿਸੇ ਜਥੇਬੰਦੀ 'ਚ ਨੇ, ਉਹ ਜਾਣਦੇ ਨੇ ਕਿ ਮਾਵਾਂ ਦਾ ਰੋਲ ਕਿੱਡਾ ਵੱਡਾ ਇਸ ਸਮਾਜ ਦੀ ਤਬਦੀਲੀ ਦੇ ਅੰਦਰ। ਕਹਿਣ ਨੂੰ ਤਾਂ ਹਾਕਮ ਵੀ ਕਹਿੰਦੇ ਨੇ, ਉਹ ਵੀ ਲਿਖਦੇ ਨੇ ਕੰਧਾਂ ਦੇ ਉੱਤੇ ਕਿ ਜੇ ਧੀ ਪੜ੍ਹੀ ਹੋਵੇ ਤਾਂ 7 ਪਰਿਵਾਰ ਪੜ੍ਹ ਜਾਂਦੇ ਨੇ। ਪਰ ਇਹ ਪੜ੍ਹਨ ਦੇ ਨਾ ਇੰਤਜ਼ਾਮ ਨੇ, ਨਾ ਧੀਆਂ ਦੀ ਸੁਰੱਖਿਆ ਦੇ ਇੰਤਜ਼ਾਮ ਨੇ, ਨਾ ਮਾਵਾਂ ਦੇ ਪੁੱਤਾਂ ਨੂੰ ਬਚਾਉਣ ਦਾ ਕੋਈ ਪ੍ਰਬੰਧ ਆ ਹਾਕਮਾਂ ਕੋਲ। ਉਹ ਤਾਂ ਅਜਾੜੇ ਦੇ ਰਾਹ ਪਏ ਹੋਏ ਨੇ। ਇਸ ਕਰਕੇ ਲੜਨ ਵਾਲੇ ਲੋਕ, ਜੂਝਣ ਵਾਲੇ ਲੋਕ, ਹੱਕਾਂ ਦੇ ਲੰਬਰਦਾਰ ਲੋਕ ਨੇ ਜਿਹੜੇ, ਉਹ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਕਿ ਸਾਡੇ ਸਮਾਜ ਦੇ ਅੰਦਰ ਜਦੋਂ ਵੀ ਕੋਈ ਤਬਦੀਲੀ ਹੋਣੀ ਆ, ਜਿਹੜੀ ਲੋਕਾਂ ਦੇ ਪੱਖ ਦੀ ਤਬਦੀਲੀ, ਉਹ ਤਬਦੀਲੀ ਦੇ ਵਿੱਚ ਮਾਵਾਂ ਦਾ ਰੋਲ, ਚਾਹੇ ਮਾਵਾਂ ਛੋਟੀਆਂ ਨੇ ਚਾਹੇ ਮਾਵਾਂ ਵੱਡੀਆਂ ਨੇ, ਉਹਨਾਂ ਦਾ ਰੋਲ ਸਭ ਤੋਂ ਮਹੱਤਵਪੂਰਨ ਰੋਲ ਗਿਣਿਆ ਜਾਂਦਾ। ਆਬਾਦੀ ਦੇ ਪੱਖੋਂ ਵੀ ਜਦੋਂ ਦੇਖਾਂਗੇ ਉਦੋਂ ਵੀ ਮਾਵਾਂ ਅੱਧ ਦੇ ਬਰਾਬਰ ਨੇ। ਇਸੇ ਕਰਕੇ ਹਾਕਮਾਂ ਨੇ ਸਿਸਟਮ ਅਜਿਹੇ ਬਣਾਏ ਹੋਏ ਨੇ ਕਿ ਉਹ ਔਰਤ ਨੂੰ ਹਮੇਸ਼ਾ ਹੀ ਪਾਸੇ ਰੱਖਣਾ, ਔਰਤ ਨੂੰ ਦਬਾ ਕੇ ਰੱਖਣਾ, ਔਰਤ ਨੂੰ ਪੈਰ ਦੀ ਜੁੱਤੀ ਕਹਿਣ ਤੱਕ ਜਾਣਾ, ਉਹਦੇ ਜਨਮ ਤੇ ਉਹਨੂੰ ਪੱਥਰ ਕਹਿਣ ਤੱਕ ਜਾਣਾ। ਇਹ ਹਾਕਮਾਂ ਦੇ ਉਹ ਰਿਵਾਜ ਨੇ ਬਣਾਏ ਹੋਏ, ਰਵਾਇਤਾਂ ਨੇ। ਇਹ ਮਾਹੌਲ ਪੈਦਾ ਕੀਤਾ ਹੋਇਆ ਸਮਾਜ ਦੇ ਅੰਦਰ। ਹਰ ਜਣੇ ਖਣੇ ਨੂੰ ਵੀ ਲੱਗਣ ਲੱਗ ਜਾਂਦਾ, ਚੰਗੇ ਭਲੇ ਬੰਦੇ ਨੂੰ, ਵੀ ਗੱਲ ਤਾਂ ਠੀਕ ਹੈ, ਇਹ ਔਰਤ ਹੈ ਤਾਂ ਇਹ ਜੇ ਕੁਝ। ਇਹ ਸਾਰਾ ਕੁਝ ਉਹਨਾਂ ਨੇ ਪੈਦਾ ਕੀਤਾ ਹੋਇਆ। ਪਰ ਅੱਜ ਇਸ ਦਿਹਾੜੇ ਤੇ ਚੱਕ ਫਤਿਹ ਸਿੰਘ ਵਾਲਿਆਂ ਦੀਆਂ ਉਹਨਾਂ ਮਾਵਾਂ ਅੱਗੇ ਅਸੀਂ ਆਪਣਾ ਲੋਕ ਮੋਰਚਾ ਪੰਜਾਬ ਦੀ ਟੀਮ ਆਈ ਆ ਸਾਰੀ। ਇਹ ਟੀਮ ਇਸ ਵਾਸਤੇ ਹੀ ਆਈ ਆ, ਅਸੀਂ ਸਾਰੇ ਨਤਮਸਤਕ ਹੋਣ ਆਏ ਆ। ਉਹਨਾਂ ਦੇ ਅੱਗੇ ਸੀਸ ਝੁਕਾਉਂਦੇ ਆ ਜਿਨ੍ਹਾਂ ਨੇ ਬੀੜਾ ਚੱਕਿਆ ਸਾਡੀਆਂ ਮਾਵਾਂ ਨੇ ਕਿ ਸਾਡੇ ਪੁੱਤ ਬਚਣ, ਸਾਡੀਆਂ ਧੀਆਂ ਬਚਣ। ਇਹ ਮਾਹੌਲ ਵੱਡੀ ਪੱਧਰ ਤੇ ਫੈਲਿਆ ਹੋਇਆ। ਇਹ ਪੰਜਾਬ 'ਚ ਹੀ ਨਹੀਂ, ਸਾਰੇ ਹਿੰਦੁਸਤਾਨ 'ਚ ਹੀ ਆ, ਲਗਭਗ ਸਾਰੀ ਦੁਨੀਆ 'ਚ ਹੀ ਆ ਕਿ ਉਹਨਾਂ ਨੇ ਲੋਕਾਂ ਦਾ ਧਿਆਨ ਪਾਸੇ ਲਾਉਣ ਵਾਸਤੇ, ਉਹਨਾਂ ਦਾ ਧਿਆਨ ਅਸਲ ਮੁੱਦਿਆਂ ਤੇ ਨਾ ਜਾਵੇ, ਇਸ ਕਰਕੇ ਉਹਨਾਂ ਨੇ ਹੜ੍ਹ, ਚਿੱਟੇ ਦਾ, ਨਸ਼ਿਆਂ ਦਾ ਹੜ੍ਹ ਆ ਜਿਹੜਾ ਉਹ ਚਲਾਇਆ ਹੋਇਆ। ਬਕਾਇਦਾ ਜਹਾਜ਼ਾਂ 'ਚ ਆਉਂਦਾ, ਬਕਾਇਦਾ ਵੱਡੇ ਵੱਡੇ ਵਪਾਰੀਆਂ ਦਾ ਬਿਜ਼ਨਸ ਆ ਇਹ। ਇਹਦੇ 'ਚ ਸਿਆਸਤਦਾਨ ਨੇ, ਇਹਦੇ 'ਚ ਪੁਲਿਸ ਦੇ ਉੱਚ ਅਧਿਕਾਰੀ ਸ਼ਾਮਲ ਨੇ, ਇਹਦੇ 'ਚ ਸਰਕਾਰਾਂ ਸ਼ਾਮਲ ਨੇ। ਨਹੀਂ ਕੋਈ ਇਹੋ ਜਿਹੀ ਵਜ੍ਹਾ ਨਹੀਂ ਹੁੰਦੀ ਕਿ ਕੋਈ ਚੀਜ਼ ਨੂੰ ਰੋਕਣਾ ਚਾਹੀਏ ਤੇ ਉਹ ਰੁਕ ਨਾ ਸਕਦੀ ਹੋਵੇ। ਰੁਕ ਸਕਦੀ ਹੁੰਦੀ ਹੈ ਕੋਈ ਵੀ ਚੀਜ਼ ਆ। ਪਿੰਡ ਦੇ ਵਿੱਚ ਕੋਈ ਉੱਪਰੋਂ ਤਾਂ ਆ ਕੇ ਡਿੱਗਦੀ ਨਹੀਂ, ਐਸੇ ਰਾਹ ਥਾਣੀ ਹੋਈ ਲੰਘਦੇ ਨੇ, ਇਸੇ ਗਲੀਆਂ ਦੇ ਵਿੱਚ ਦੀ ਫਿਰਦੇ ਨੇ। ਵੰਡਣ ਵਾਲੇ ਵੀ, ਵੇਚਣ ਵਾਲੇ ਵੀ, ਖਰੀਦਣ ਵਾਲੇ ਵੀ ਤੇ ਖਾਣ ਵਾਲੇ ਵੀ ਇੱਥੇ ਹੀ ਨੇ। ਇਸ ਕਰਕੇ ਜਦੋਂ ਰੋਕਣ ਦਾ ਸਵਾਲ ਆਊਗਾ ਉਦੋਂ ਇਹਨੂੰ ਪਹਿਲਾਂ ਸਮਝਣ ਦਾ ਸਵਾਲ ਵੀ ਆ। ਜਿਹੜਾ ਤੁਸੀਂ ਸਮਝ ਲਿਆ, ਤੁਸੀਂ ਤਾਂ ਹੀ ਇੱਥੇ ਬੈਠੇ ਹੋ ਇਸ ਅੱਡੇ ਤੇ ਆ ਕੇ ਆਪਣੇ ਘਰ-ਬਾਰ ਛੱਡ ਕੇ, ਕਿਉਂਕਿ ਤੁਸੀਂ ਇਹ ਗੱਲ ਸਮਝ ਲਈ ਕਿ ਇਹ ਸਾਡਾ ਨੁਕਸਾਨ ਕਰਦਾ। ਇੱਕ ਗੱਲ ਸਮਾਜਿਕ ਤੌਰ ਤੇ ਦੇਖਦੇ ਆਪਾਂ, ਸਮਾਜ ਦੇ ਅੰਦਰ ਜੋ ਹਾਲਾਤ ਬਣੀ ਹੋਈ ਆ, ਜਿਵੇਂ ਆ ਜਸਪ੍ਰੀਤ ਨੇ ਵੀ ਗੱਲ ਸੁਣਾਈ ਆ ਕਿ ਕੋਠੀ 'ਚ ਰਹਿਣ ਵਾਲੇ ਕੋਠੀ ਨੂੰ ਖਾਣ ਲੱਗ ਗਏ। ਇਹ ਹਾਲਾਤ ਪੈਦਾ ਕਰਤੀ ਚਿੱਟੇ ਨੇ। ਚਿੱਟਾ ਖਾਧਾ ਤਾਂ ਸਰੀਆ ਖਾਧਾ ਉਹਨਾਂ ਨੇ, ਤਾਂ ਪੌੜੀ ਖਾਧੀ ਲੋਹੇ ਦੀ, ਨਹੀਂ ਖਾਧੀ ਨਹੀਂ ਜਾਂਦੀ ਕਿਸੇ ਤੋਂ। ਸਵਾਲ ਇਸ ਗੱਲ ਦਾ ਬਣਿਆ ਹੋਇਆ, ਚਿੱਟੇ ਤੋਂ ਸ਼ੁਰੂ ਹੋਈ ਆ ਗੱਲ। ਜੇ ਚਿੱਟਾ ਨਾ ਖਾਂਦੀ ਸਾਡੀ ਮਾਂ, ਜੇ ਚਿੱਟਾ ਨਾ ਖਾਂਦੇ ਉਹ 2 ਪੁੱਤ ਉਹਦੇ, ਸ਼ਾਇਦ ਉਹ ਕੋਠੀ ਬੰਗਲਾ ਬਣਿਆ ਰਹਿੰਦਾ। ਜਿਹੜੀ ਨਹੀਂ ਤਾਂ ਬੰਗਲੇ ਤਾਂ ਕੀ, ਜ਼ਮੀਨਾਂ ਤਾਂ ਕੀ, ਉੱਜੜਦਾ, ਸਭ ਕੁਝ ਉੱਜੜਦਾ। ਇੱਜ਼ਤਾਂ ਵੀ ਨਸ਼ਿਆਂ 'ਚ ਉੱਜੜਦੀਆਂ ਨੇ, ਇੱਜ਼ਤ ਵੀ ਨਹੀਂ ਰਹਿੰਦੀ ਨਸ਼ਾ ਖਾਣ ਵਾਲਿਆਂ ਦੇ, ਨਸ਼ਾ ਵਰਤਾਉਣ ਵਾਲਿਆਂ ਦੇ। ਨਸ਼ਾ ਐਸੀ ਚੀਜ਼ ਆ ਤੇ ਇਹ ਨਸ਼ਾ ਅਜਿਹੀ ਚੀਜ਼ ਆ ਜਿਹੜਾ ਇੱਕ ਵਾਰੀ ਬੁੱਲ੍ਹਾਂ ਨੂੰ ਲੱਗਿਆ ਮੁੜ ਕੇ ਸਰੀਰ ਦੇ ਕਿਸੇ ਵੀ ਹੱਡ 'ਚੋਂ, ਕਿਸੇ ਨਾੜ 'ਚੋਂ ਨਿਕਲਦਾ ਨਹੀਂ। ਇਹ ਉਹਦੀ ਜਾਨ ਲੈ ਗਈ, ਖਹਿੜਾ ਛੱਡਦਾ।
ਨਸ਼ੇ ਤਾਂ ਹੋਰ ਬਥੇਰੇ ਨੇ, ਲੋਕ ਵਰਤਦੇ ਵੀ ਬਥੇਰਾ ਨੇ। ਕਈ ਨਸ਼ਿਆਂ ਤੋਂ ਲੋਕ ਤਾਕਤ ਦਾ ਕੰਮ ਵੀ ਲੈਂਦੇ ਰਹੇ ਨੇ, ਕਿਸੇ ਵੇਲਿਆਂ 'ਚ ਵਰਤਦੇ ਵੀ ਰਹੇ ਨੇ। ਹੁਣ ਵੀ ਬਹੁਤ ਸਾਰੇ ਨਸ਼ੇ ਅਜਿਹੇ ਹੋ ਸਕਦੇ ਆ, ਪਰ ਇਹ ਨਸ਼ਾ ਜਿਹੜਾ ਹਾਕਮਾਂ ਨੇ ਵਰਤਾਇਆ, ਕਹਿਣ ਨੂੰ ਕੋਈ ਕੁਝ ਕਹੀ ਚੱਲੇ, ਇਹ ਪਾਕਿਸਤਾਨ ਤੋਂ ਆਉਂਦਾ, ਇਹ ਹੱਥੋਂ ਬਾਹਰੋਂ ਆਉਂਦਾ, ਇਹਨੂੰ ਪਤਾ ਨਹੀਂ ਇੱਥੇ ਨੇੜੇ ਤੇੜੇ ਫੈਕਟਰੀਆਂ 'ਚ ਬਣਾਉਂਦਾ, ਇਹਨੂੰ ਕਾਂਗਰਸੀ ਬਣਾਉਂਦੇ ਨੇ, ਇਹਨੂੰ ਕਾਲੀ ਬਣਾਉਂਦੇ ਨੇ। ਕੋਈ ਵੀ ਇਸ ਹਮਾਮ 'ਚ ਢਕਿਆ ਹੋਇਆ ਨਹੀਂ ਹੈਗਾ, ਸਭ ਨੰਗੇ ਨੇ। ਸਭ ਦਾ ਪਤਾ ਕੌਣ ਕੌਣ ਕੀ ਕੀ ਕਰਦਾ, ਤੇ ਸਭ ਨੂੰ ਇਹ ਪਤਾ ਹੈ। ਐ ਨਹੀਂ ਕਿਸੇ ਇੱਕ ਬੰਦੇ ਨੂੰ ਪਤਾ, ਸਭ ਨੂੰ ਪਤਾ। ਇੱਥੇ ਅਖਬਾਰਾਂ 'ਚ ਖਬਰਾਂ ਚੱਲ ਚੁੱਕੀਆਂ ਨੇ। ਅਜੇ ਵੀ ਜੇਲ੍ਹ ਵਿੱਚ ਡੀਐਸਪੀ ਭੋਲਾ ਸਿੰਘ ਬੈਠਾ, ਜਗਦੀਸ਼ ਕਹਿੰਦੇ ਨੇ ਸ਼ਾਇਦ ਉਹਨੂੰ, ਉਹ ਬੈਠਾ ਅਜੇ ਵੀ। ਆ ਹੁਣ ਕੇਸ 'ਚ ਮਜੀਠੀਆ ਵੀ ਆ ਜਿਹੜਾ ਇਸ ਕੇਸ ਦੇ ਵਿੱਚ ਆ। ਸਾਰਿਆਂ ਨੂੰ ਜੱਗ ਜ਼ਾਹਰ ਪਤਾ ਕੌਣ ਵੇਚਦਾ, ਕਿਹਨੇ ਬੰਦਿਆਂ ਨੂੰ ਬੈਗ ਪਾਇਆ ਮੋਢਿਆਂ ਤੇ, ਸਾਡੀਆਂ ਕੁੜੀਆਂ ਦੇ ਤੇ ਸਾਡੀਆਂ ਬੁੜੀਆਂ ਦੇ, ਸਾਡੇ ਮੁੰਡਿਆਂ ਦੇ ਮੋਢਿਆਂ ਤੇ ਬੈਗ ਕਿਹਨੇ ਪਾਏ ਹੋਏ ਨੇ ਨਸ਼ੇ ਦੇ। ਇਹ ਕਿਸੇ ਤੋਂ ਲੁਕੀ ਹੋਈ ਗੱਲ ਨਹੀਂ ਹੈਗੀ। ਆਪਣੇ ਨਾ ਬਠਿੰਡੇ 'ਚ ਲੁਕੀ ਆ, ਨਾ ਚੱਕਾਂ 'ਚ ਲੁਕੀ ਆ, ਨਾ ਪੰਜਾਬ 'ਚ ਲੁਕੀ ਆ। ਜਿਨ੍ਹਾਂ ਤੇ ਇਤਵਾਰ ਆ। ਦੇਖੋ ਇੱਕ ਗੱਲ ਜਸਪ੍ਰੀਤ ਨੇ ਸ਼ੋਹੀ ਕਿ ਅਸੀਂ ਵੋਟਾਂ ਵੇਲੇ ਕੀ ਕਹਿੰਦੇ ਸੀ, ਵੋਟਾਂ ਵੀ ਪੈਣੀਆਂ ਹੁੰਦੀਆਂ ਨੇ, ਪਾਉਣੀਆਂ ਵੀ ਹੁੰਦੀਆਂ ਨੇ। ਅਜੇ ਹਾਲਤ ਲੋਕਾਂ ਦੀ ਅਜਿਹੀ ਹੈਗੀ ਆ, ਚੋਣ ਵੀ ਕਰਨੀ ਹੈ, ਕਿਸੇ ਨਾ ਕਿਸੇ ਦੀ ਤਾਂ ਕਰਨੀ ਹੋਈ ਆ ਚੋਣ। ਲੋਕ ਜੋ ਜਿਹਨੂੰ ਚੰਗਾ ਸਮਝਦੇ ਉਹਨੂੰ ਮੂਹਰੇ ਲੈ ਆਉਂਦੇ ਨੇ, ਚੁਣਿਆ ਗਿਆ। ਪਰ ਫੇਰ ਵੀ ਜੇ ਧਰਨੇ ਲਾਉਣੇ ਪੈਂਦੇ ਨੇ ਲੋਕਾਂ ਨੂੰ, ਇਹ ਸਰਕਾਰ ਦਾ ਰੋਲ ਜਿਹੜੀ ਅੱਜ ਦੇ ਦੌਰ 'ਚ ਸਰਕਾਰਾਂ ਚੁਣਦੇ ਆ, ਉਹਦਾ ਕੋਈ ਰੋਲ ਹੈ ਇੱਥੇ? ਇਸ ਕੰਮ 'ਚ ਕੋਈ ਰੋਲ ਆ ਕੇ ਕੋਈ ਭਰੋਸਾ ਦਵਾ ਜੇ, ਇੰਨੀ ਗੱਲ ਨਾਲ ਤਾਂ ਪੂਰੀ ਨਹੀਂ ਪੈਂਦੀ ਹੈਗੀ। ਇਹ ਗੱਲ ਰੁਕਦੀ ਨਹੀਂ ਕਿਸੇ ਦੇ ਭਰੋਸੇ ਨਾਲ, ਕਿਸੇ ਦੇ ਸਟੇਜ ਤੋਂ ਖੜ ਕੇ ਐਲਾਨ ਕਰਨ ਨਾਲ, ਕਿਸੇ ਦੇ ਕਾਨੂੰਨ ਬਣਾਉਣ ਨਾਲ ਵੀ ਨਹੀਂ ਰੁਕਦੀ। ਜੇ ਕਾਨੂੰਨਾਂ ਦੇ ਵਿੱਚ ਹੀ ਕਿੰਨੀਆਂ ਮੋਹਰੀਆਂ ਨੇ, ਤੁਸੀਂ 5 ਗ੍ਰਾਮ ਤੋਂ ਵੱਧ ਪਾਉਣਾ ਹੀ ਨਹੀਂ, ਫਿਰ ਫਸਣਾ ਕਿਹਨੇ ਇੱਥੇ? ਜੇ ਤੁਸੀਂ ਫੜੇ ਹੋਏ ਬੰਦੇ ਦੀ ਪੈੜ ਚਾਲ ਪਿੱਛੇ ਨਹੀਂ ਜਾਣਾ, ਹਰ ਕੋਈ ਪਿੱਛੇ ਜਾਂਦਾ। ਪਿੰਡਾਂ ਦੇ ਵਿੱਚੋਂ ਚੋਰੀਆਂ ਹੁੰਦੀਆਂ ਰਹੀਆਂ ਨੇ ਪੁਰਾਣੇ ਵੇਲਿਆਂ ਤੋਂ। ਕੋਈ ਨਾ ਕੋਈ ਸਿਆਣੂ, ਕੋਈ ਪੈੜੂ ਇਸ ਗੱਲ ਲਈ ਤੁਰਦਾ ਸੀ ਕਿ ਪੈੜ ਕਿੱਧਰ ਨੂੰ ਜਾਂਦੀ, ਜਾ ਕੇ ਚੋਰ ਫੜਿਆ ਜਾਂਦਾ ਸੀ। ਜੇ ਪੈੜ ਹੀ ਨਹੀਂ ਨੱਪਣੀ ਕਿਸੇ ਦੀ, ਪੈੜ ਭਾਲਣੀ ਹੀ ਨਹੀਂ ਕਿਸੇ ਨੇ, ਪਿੱਛੇ ਨੂੰ ਜਾਣਾ ਹੀ ਨਹੀਂ, ਫਿਰ ਭਲਾ ਨਸ਼ੇ ਦਾ ਕੀ ਰੋਕ ਹੋਊਗੀ? ਕੋਈ ਮਰਜ਼ੀ ਸਰਕਾਰ ਹੋਵੇ, ਖੁਦ ਆਪਾਂ ਵੀ ਬਹਿ ਜਾਈਏ, ਜੇ ਆਪਾਂ ਜਾ ਕੇ ਉੱਥੇ ਇਹੋ ਜਿਹਾ ਕੁਛ ਹੀ ਕਰਨਾ, ਇਕੱਲੇ ਭਾਸ਼ਣ ਹੀ ਦੇਣੇ ਨੇ ਤੇ ਇਕੱਲਿਆਂ ਗੱਲਾਂ ਹੀ ਸੁਣਾਉਣੀਆਂ ਨੇ, ਫਿਰ ਕੁਛ ਕਰਨਾ ਨਹੀਂ, ਅੱਗੇ ਨਹੀਂ ਤੁਰਨਾ। ਆਪਦੀ ਮਸ਼ੀਨਰੀ ਨੂੰ ਨਹੀਂ ਕਿਸੇ ਨੂੰ ਕਹਿਣਾ, ਅਧਿਕਾਰੀਆਂ ਨੂੰ ਨਹੀਂ ਕਹਿਣਾ, ਪ੍ਰਸ਼ਾਸਨ ਨੇ ਨਹੀਂ ਰੋਕ ਲਾਉਣੀ, ਫਿਰ ਇਹ ਚੀਜ਼ਾਂ ਨਹੀਂ ਰੁਕਦੀਆਂ। ਇਸ ਵਾਸਤੇ ਲੋਕਾਂ ਨੂੰ ਹੀ ਉੱਠਣਾ ਪੈਂਦਾ। ਜਦੋਂ ਲੋਕਾਂ ਦਾ ਕੋਈ ਮਸਲਾ ਆਉਂਦਾ, ਕੋਈ ਮਸਲਾ ਆਵੇ ਛੋਟਾ ਜਾਂ ਵੱਡਾ, ਖੇਤੀ ਕਾਨੂੰਨ ਸਭ ਤੋਂ ਵੱਡਾ ਮਸਲਾ ਸੀ, ਉਦੋਂ ਛੋਟੇ ਆ ਤੁਹਾਡਾ ਮਸਲਾ ਹੈ, ਇਦੋਂ ਛੋਟੇ ਹੋਰ ਵੀ ਕਈ ਮਸਲੇ ਆ ਸਕਦੇ ਨੇ, ਚਾਹੇ ਗਲੀਆਂ ਨਾਲੀਆਂ ਦਾ ਹੋਵੇ, ਚਾਹੇ ਸੜਕਾਂ ਬਣਾਉਣ ਦਾ ਹੋਵੇ, ਚਾਹੇ ਕਿਸੇ ਹੋਰ ਮਾਮਲੇ ਦਾ ਹੋਵੇ। ਹਰ ਮਾਮਲੇ ਤੇ ਲੋਕਾਂ ਨੂੰ ਹੀ ਇਕੱਠੇ ਹੋਣਾ ਪੈਂਦਾ। ਗਰਮੀ ਸਰਦੀ ਵੀ ਝੱਲਣੀ ਪੈਂਦੀ ਹੈ, ਤੇ ਕਈ ਥਾਵਾਂ ਤੇ ਤਾਂ ਜਿਹੜੀ ਸਰਕਾਰ ਦਾ ਕੋਈ ਥਾਪੀ ਨਹੀਂ, ਡਾਂਗ ਝੱਲਣੀ ਪੈਂਦੀ। ਇੱਕ ਤਾਂ ਸਰਕਾਰ ਕਹੇ ਵੀ ਤੁਸੀਂ ਚੰਗਾ ਕਰ ਰਹੇ ਹੋ, ਚੰਗਾ ਨਹੀਂ ਕਰ ਰਹੇ, ਸਗੋਂ ਉਹ ਤਾਂ ਡਾਂਗ ਲੈ ਕੇ ਆਉਂਦੇ ਨੇ। ਜਦੋਂ ਵੀ ਆਉਂਦੇ, ਕਿਸੇ ਵੀ ਸਰਕਾਰ ਨੂੰ ਮਿਲਣ ਜਾਓ ਤੁਸੀਂ, ਪੁਰਾਣੇ ਤਜਰਬੇ ਨੇ, ਹੋਣ ਵਾਲੇ ਵੀ ਨੇ। ਮੂਹਰੇ ਤਾਂ ਪੁਲਿਸ ਦੀ ਧਾੜ ਹੁੰਦੀ ਹੈ, ਇੱਕ ਲਾਈਨ ਲੱਗੀ ਹੁੰਦੀ ਹੈ, ਉਹਨੂੰ ਕ੍ਰਾਸ ਕਰਨਾ ਪੈਂਦਾ। ਉਹਨੂੰ ਕ੍ਰਾਸ ਕਰਨ ਵੇਲੇ ਜਿਹੀ ਜੀ ਤੁਹਾਡੀ ਹਾਲਤ ਆ, ਫਿਰ ਉਹੇ ਜਿਹੇ ਹਿਸਾਬ ਨਾਲ ਕ੍ਰਾਸ ਕੀਤੀ ਜਾਂਦੀ ਹੈ। ਕਦੇ ਕਰ ਵੀ ਲੈਂਦੇ ਆ, ਕਦੇ ਸਿਰ ਸੁਰ ਪੜਵਾ ਕੇ ਮੁੜ ਵੀ ਆਉਂਦੇ ਆ। ਹਾਲਤ ਇਹੀ ਜੀ ਹੁੰਦੀ ਆ ਉੱਥੇ ਤਾਂ, ਪਰ ਕਰਨਾ ਇਹ ਸਭ ਕੁਝ ਪੈਂਦਾ। ਜਿਹੜੀ ਇਹ ਨਸ਼ਾ ਜਿਹੜਾ ਸਮਾਜਿਕ ਤੌਰ ਤੇ ਜਿਵੇਂ ਬਦਨਾਮ ਕਰਦਾ, ਜਿਵੇਂ ਆਪਣੀ ਪਰਤ ਮਾਰਦਾ, ਜਿਵੇਂ ਆਪਣਾ ਆਰਥਿਕਤਾ ਖਰਾਬ ਕਰਦਾ, ਇੱਕ ਪੱਖ ਇਹਦੇ ਇਹ ਨਹੀਂ। ਇੱਕ ਪੱਖ ਜਦੋਂ ਇਹਦੇ ਖਿਲਾਫ ਲੜਾਈ ਲੜਦੇ ਆ, ਤਾਂ ਇਹ ਪੱਖ ਵੀ ਆ ਕਿ ਹਾਕਮਾਂ ਨੇ ਇਸ ਨਸ਼ੇ ਨੂੰ ਵਰਤਣਾ ਆਪਦੇ ਕੰਮਾਂ ਵਾਸਤੇ। ਇੱਕ ਹਾਕਮਾਂ ਨੇ ਇਹ ਤੋਂ ਪੈਸੇ ਲੈਣੇ, ਉਹਨਾਂ ਦਾ ਵਪਾਰ ਆ, ਨਸ਼ਾ ਵੇਚ ਕੇ ਵਪਾਰ ਕਰਨਾ, ਕਿਉਂਕਿ ਬਹੁਤ ਮਹਿੰਗਾ, ਬਹੁਤ ਚੋਰੀਆਂ ਵਿਕਣ ਵਾਲੀ ਚੀਜ਼ ਭਾਅ ਨਾਲੋਂ ਵੀ ਕਿਤੇ ਮਹਿੰਗੀ ਹੁੰਦੀ ਆ। ਜਿਹੜੀ ਚੋਰੀ ਚੀਜ਼ ਵਿਕਦੀ ਹੈ, ਜਿਹੜੀ ਭੱਜ ਕੇ ਫੜ ਕੇ ਭੱਜਣਾ ਹੁੰਦਾ, ਵੀ ਕੋਈ ਮਗਰ ਨਾ ਲੱਗਿਆ ਹੋਵੇ, ਉਹ ਚੀਜ਼ ਦਾ ਕੋਈ ਮੁੱਲ ਨਹੀਂ ਹੁੰਦਾ। ਜਿਵੇਂ ਜੇ ਆਪਾਂ ਸਾਰਿਆਂ ਨੇ ਸਮਝਣਾ ਹੋਵੇ, ਕਿਉਂਕਿ ਸਾਰੇ ਤਾਂ ਨਸ਼ਾ ਨਹੀਂ ਖਰੀਦਦੇ, ਇਸ ਕਰਕੇ ਸਾਰਿਆਂ ਦੇ ਸਮਝਣ ਵਾਸਤੇ ਤਾਂ ਗੱਲ ਇਹ ਵੀ ਜਦੋਂ ਕਰਫਿਊ ਲੱਗਦਾ, ਕਰਫਿਊ 'ਚ ਕਿਤੇ ਢਿੱਲ ਮਿਲਦੀ ਆ 2 ਘੰਟੇ ਦੀ, ਘੰਟੇ ਦੀ, ਫਿਰ ਭੱਜ ਕੇ ਜਾਂਦੇ ਆ ਦੁਕਾਨ ਤੇ ਵੀ ਕਰਫਿਊ ਦੇ ਵਿੱਚ ਢਿੱਲ ਦੇ ਵਿੱਚ ਮੁੜੇ ਆਈਏ, ਲੈ ਵੀ ਫੜਾਈ ਕੇ ਰਾਥਵਾ ਚੱਕ ਕੇ ਫੜਾਈ, ਆਹ ਚੀਜ਼ ਫੜਾਈ। ਕੋਈ ਨਹੀਂ ਦੇਖਦੇ ਵੀ ਦਵਾਈ ਤੇ ਇਹਦੀ ਡੇਟ ਆ ਜਿਹੜੀ ਇਹ ਐਕਸਪਾਇਰ ਤਾਂ ਨਹੀਂ ਹੋਣ ਵਾਲੀ, ਕੋਈ ਨਹੀਂ ਦੇਖਦਾ। ਉਦੋਂ ਨਾ ਭਾਅ ਪੁੱਛਦਾ, ਅਗਲਾ ਕਹਿੰਦਾ ਕਿੰਨੇ ਪੈਸੇ ਨੇ, ਫਿਰ ਚੱਕ ਵਿੱਚ ਚੱਲੀਏ ਛੇਤੀ। ਹਰ ਵਾਸਤੇ ਹਾਲਤ ਇਹ ਬਣਦੀ ਆ, ਪਿੰਡਾਂ 'ਚ ਘੱਟ ਬਣਦੀ ਹੈ, ਸ਼ਹਿਰਾਂ 'ਚ ਜ਼ਿਆਦਾ ਬਣਦੀ ਆ। ਉਹੀ ਜੀ ਹਾਲਤ ਹੀ ਹੈ ਜਿਹੜੀ ਨਜਾਇਜ਼ ਚੀਜ਼ ਖਰੀਦਣੀ ਆ, ਚੋਰੀਆਂ ਖਰੀਦਣੀਆਂ,
ਉਹ ਪਤਾ ਨਹੀਂ ਵਜਨ 'ਚ ਪੂਰੀ ਹੈਗੀ, ਪਤਾ ਨਹੀਂ ਉਹ ਸਹੀ ਆ ਉਹਦੇ ਮਾਨਿਆਂ 'ਚ ਨਹੀਂ, ਮਿਲਾਵਟ ਆ ਉਹਦੇ 'ਚ ਕੁਛ ਵੀ ਆ, ਚਾਹੇ ਕਿੰਨੇ ਮੰਗ ਲਏ ਉਨੇ ਦੇਣੇ ਪੈਣਗੇ, ਕਿਉਂਕਿ ਜਾਨ ਟੁੱਟਦੀ ਆ, ਕੜਵਲਾਂ ਪੈਂਦੀਆਂ ਨੇ ਮਗਰ ਸਰੀਰ ਟੁੱਟਦਾ, ਉਹਦੇ ਵਾਸਤੇ ਤਾਂ ਫਿਰ ਉਹਨੂੰ ਇਹ ਕਰਨਾ ਪੈਂਦਾ। ਇਸ ਕਰਕੇ ਇੱਕ ਤਾਂ ਉਹਨਾਂ ਨੇ ਪੈਸੇ ਕਮਾਉਣੇ ਨੇ ਇਹ ਬਿਜ਼ਨਸ ਦੇ ਵਿੱਚੋਂ, ਐਵੇਂ ਨਹੀਂ ਉਹਨਾਂ ਦੀਆਂ ਬੰਦਰਗਾਹਾਂ ਦੇ ਜਹਾਜ਼ਾਂ ਤੇ 3-3 ਹਜ਼ਾਰ ਕਰੋੜ ਦੀ ਹੈਰੋਇਨ ਆ ਕੇ ਉਤਰਦੀ ਆ ਅਡਾਨੀ ਵਰਗਿਆਂ ਦੇ। ਆ ਹੁਣੀ ਜਿਹੜੀ ਉਹਨੇ ਗੱਲ ਸੁਣਾਈ ਆ, ਕਾਂਡਲਾ ਬੰਦਰਗਾਹ ਦੇ ਉੱਤੇ 2.5 ਕਿਲੋ ਹੈਰੋਇਨ ਇੱਕ ਸਰਦਾਰ ਦੇ ਨਾਂ ਤੇ ਉਤਰੀ ਆ, ਪੰਜਾਬੀ ਸਰਦਾਰ ਦੇ ਨਾਂ ਤੇ। ਇਹਦਾ ਮਤਲਬ ਉਹਨੇ ਉੱਥੋਂ ਚੱਕ ਕੇ ਪੰਜਾਬ 'ਚ ਲੈ ਕੇ ਆਉਣੀ ਸੀ, ਉਹ ਰੁਕਾਵਟ ਪੈ ਗਈ। ਹੁਣ ਉਹਨੂੰ ਕਿਵੇਂ ਲਿਆਊ, ਵਧਾ ਘਟਾ ਕੇ ਲਿਆਊਗੇ, ਕੀ ਕਰੂ, ਹੁਣ ਉਹਦੀ ਮਰਜ਼ੀ ਆ, ਜਿਹੜੀ ਹੁਣ ਉੱਥੋਂ ਤੱਕ ਆਉਂਦੀਆਂ ਨੇ। ਇਸ ਕਰਕੇ ਦੂਜਾ ਪੱਖ ਉਹਨਾਂ ਦਾ ਕਿ ਲੋਕਾਂ ਦਾ ਧਿਆਨ ਆ ਜਿਹੜਾ, ਉਹਨਾਂ ਦਾ ਲੜਨ ਕਾਣਾ ਜਿਹੜਾ ਉਹ ਮਾਰਿਆ ਜਾ, ਨਸ਼ੇ ਨਾਲ ਲੜਨ ਕਰਨ ਜਿਹੜੇ ਮੁੰਡੇ ਨੇ ਰੁਜ਼ਗਾਰ ਮੰਗਣਾ ਸੀ, ਉਹ ਆਪਦੀ ਮਾਂ ਨੂੰ, ਆਪਦੀ ਭੈਣ ਨੂੰ, ਆਪਦੇ ਪਿਓ ਨੂੰ ਕਹਿੰਦਾ ਵੀ ਮੈਂ ਮਰਦਾ, ਮੈਨੂੰ ਜਾ ਕੇ ਲਿਆ ਕੇ ਦੇ। ਜਿਹਨੇ ਸਰਕਾਰ ਤੋਂ ਰੁਜ਼ਗਾਰ ਮੰਗਣਾ ਸੀ, ਪੜ੍ਹਿਆ ਲਿਖਿਆ ਮੁੰਡਾ ਜਾਂ ਕੋਈ ਊਂ ਜੁੱਸੇ ਵਾਲਾ ਮੁੰਡਾ, ਕਬੱਡੀ ਦਾ ਪਲੇਅਰ ਰਿਹਾ ਪਹਿਲਾਂ, ਪੂਰਾ ਉਹਦਾ ਸੋਨੇ ਵਰਗਾ ਸਰੀਰ ਸੀ, ਉਹ ਚੱਕ ਕੇ ਚਿੱਟੇ ਤੇ ਲੱਗ ਗਿਆ, ਤੇ ਉਹਦੇ ਵਾਸਤੇ ਤਾਂ ਹੁਣ ਜਾਨ ਬਚਾਉਣ ਦਾ ਸਵਾਲ ਬਣ ਗਿਆ, ਰੁਜ਼ਗਾਰ ਦਾ ਸਵਾਲ ਨਹੀਂ ਰਿਹਾ। ਉਹਦੀ ਜ਼ਮੀਨ ਬਚਾਉਣ ਦਾ ਸਵਾਲ ਉਹਦੇ ਸਾਹਮਣੇ ਨਹੀਂ ਰਿਹਾ, ਚਾਹੇ ਕੋਈ ਕੰਪਨੀ ਆ ਜੇ, ਚਾਹੇ ਸਰਕਾਰ ਸਿੱਧੀ ਆ ਜੇ, ਚਾਹੇ ਪੁਲਿਸ ਆ ਜੇ, ਉਹਦੀ ਜ਼ਮੀਨ ਖੋਹ ਸਕਦੇ ਨੇ। ਉਹ ਜ਼ਮੀਨ ਤੇ ਹੈ ਹੀ ਕੋ ਕਰਨ ਜੋਗੇ ਨਹੀਂ, ਤੇ ਆ ਉੱਠ ਕੇ ਲੜਨ ਜੋਗੇ ਨਹੀਂ। ਸਰੀਰਕ ਤਾਕਤ ਉਹਦੀ ਖਤਮ ਹੋਊਗੀ, ਮਾਨਸਿਕ ਤਾਕਤ ਉਹਦੀ ਖਤਮ ਹੋਊਗੀ। ਹਾਕਮ ਇਸ ਗੱਲੋਂ ਵੀ ਇਸ ਨੂੰ ਖੁੱਲ੍ਹ ਦਿੰਦੇ ਨੇ, ਤਾਂ ਨਹੀਂ ਰੋਕ ਰਹੇ, ਰੋਕ ਸਕਦੇ ਹੁੰਦੇ ਨੇ, ਪਰ ਰੋਕਦੇ ਇਕੱਲੇ ਪੈਸੇ ਦਾ ਮਾਮਲਾ ਹੀ ਨਹੀਂ ਵੀ ਪੈਸੇ ਕਰਕੇ ਵੇਚਦੇ ਨੇ। ਲੋਕਾਂ ਦਾ ਧਿਆਨ ਇਸ ਪਾਸੋਂ ਹਟਾਉਣਾ, ਕਿਉਂਕਿ ਇਸ ਮੌਕੇ ਆਪਣੇ ਮੁਲਕ ਦੇ ਸਾਰੇ ਸੂਬਿਆਂ ਅੰਦਰ ਸਣੇ ਦਿੱਲੀ ਜਿੰਨੀਆਂ ਵੀ ਸਰਕਾਰਾਂ ਅੱਡ-ਅੱਡ ਪਾਰਟੀਆਂ ਦੀਆਂ ਵੀ ਹੋਣ, ਚਾਹੇ ਜਿਹੜੀਆਂ ਬੈਠੀਆਂ ਨੇ, ਉਹਨਾਂ ਸਭਨਾਂ ਨੇ ਉਹ ਨੀਤੀਆਂ ਤੇ ਕਾਨੂੰਨ ਲਾਗੂ ਕਰਨੇ ਨੇ, ਜਿਹੜੇ ਨੀਤੀਆਂ ਕਾਨੂੰਨ ਪਹਿਲੀਆਂ ਸਰਕਾਰਾਂ ਨੇ ਰਲ ਕੇ ਸਾਮਰਾਜੀ ਕੰਪਨੀਆਂ ਨਾਲ, ਉਹਨਾਂ ਦੀਆਂ ਸੰਸਥਾਵਾਂ ਨਾਲ, ਸੰਸਾਰ ਬੈਂਕ, ਕੌਮਾਂਤਰੀ ਮੁਦਰਾ ਕੋਸ਼, WTO, ਉਹਨਾਂ ਨਾਲ ਰਲ ਕੇ ਬਣਾਈਆਂ ਹੋਈਆਂ ਨੇ ਜਿਹੜੀਆਂ ਨੀਤੀਆਂ, ਜਿਹੜੀਆਂ ਲੋਕਾਂ ਕੋਲੋਂ ਹਰ ਚੀਜ਼ ਉਹ ਖੋਹਣੀ ਆ ਜਿਹੜੀ ਲੋਕਾਂ ਕੋਲੇ ਆ। ਜੇ ਲੋਕਾਂ ਕੋਲੇ ਏਕਾ ਤਾਂ ਏਕਾ ਖੋਹਣਾ, ਜੇ ਲੋਕਾਂ ਕੋਲੇ ਜ਼ਮੀਨ ਆ ਜ਼ਮੀਨ ਖੋਹਣੀ ਆ, ਜੇ ਲੋਕਾਂ ਕੋਲੇ ਰੁਜ਼ਗਾਰ ਆ ਰੁਜ਼ਗਾਰ ਖੋਹਣਾ ਉਹਨਾਂ ਨੇ, ਜੇ ਲੋਕਾਂ ਕੋਲੇ ਸਵੈਮਾਨ ਆ ਉਹਨਾਂ ਨੇ ਸਵੈਮਾਨ ਖੋਹਣਾ, ਜੇ ਲੋਕਾਂ ਕੋਲੇ ਮੜਕ ਆ ਉਹਨਾਂ ਨੇ ਮੜਕ ਖੋਹਣੀ ਆ, ਜੇ ਲੋਕਾਂ ਕੋਲੇ ਤਾਕਤ ਆ ਉਹਨਾਂ ਨੇ ਤਾਕਤ ਖੋਹਣੀ ਆ। ਹਰ ਚੀਜ਼ ਉਹ ਖੋਹਣੀ ਆ ਤਾਂ ਕਿ ਉਹ ਨੀਤੀਆਂ ਲਾਗੂ ਕੀਤੀਆਂ ਜਾਣ। ਨੀਤੀਆਂ ਉਹੀ ਨੇ, ਹਰ ਚੀਜ਼ ਉਹਨਾਂ ਨੂੰ ਸੰਭਾਉਣੀ ਆ। ਤੁਸੀਂ ਆ ਸਕੂਲ ਨੂੰ ਆਪਦੇ ਪਿੰਡ ਚੋਂ ਵੀ ਪੈਸੇ ਲਾਏ ਹੋਣਗੇ, ਸਰਕਾਰ ਨੇ ਜਿਹੜੀ ਗ੍ਰਾਂਟ ਦਿੱਤੀ ਉਹ ਵੀ ਆਪਣੇ ਪੈਸੇ ਸੀ, ਸਰਕਾਰ ਦੇ ਤਾਂ ਕੋਈ ਪੈਸਾ ਨਹੀਂ ਹੁੰਦਾ। ਸਰਕਾਰ ਦੇ ਜਿੰਨੇ ਨੁਮਾਇੰਦੇ ਚੁਣੇ ਜਾਂਦੇ ਨੇ ਉਹ ਤਾਂ ਖਜ਼ਾਨੇ ਚੋਂ ਪੈਸੇ ਲੈਂਦੇ ਨੇ, ਸਗੋਂ ਟੈਕਸ ਵੀ ਉਹ ਆਪਦੇ ਪੱਲਿਓਂ ਨਹੀਂ ਭਰਦੇ, ਉਹ ਵੀ ਆਪਣੇ ਪੈਸੇ ਚੋਂ ਭਰਦੇ ਨੇ। ਆਪਣਾ ਹੀ ਪੈਸਾ ਆਪਾਂ ਹਰ ਰੋਜ਼ 35 ਰੁਪਏ ਤਾਂ ਸਿੱਧੇ ਦਿੰਦੇ ਆ ਸਰਕਾਰ ਨੂੰ, ਹਰ ਬੰਦਾ, ਅੱਜ ਜੰਮਿਆ ਹੋਇਆ ਵੀ, ਅੱਜ ਮਰਨ ਵਾਲਾ ਵੀ। ਇੱਥੋਂ ਤੱਕ ਦੇ ਗਿਣ ਲਓ, ਜੇ ਆਪਾਂ ਸਰਕਾਰ ਦੇ ਅੰਕੜੇ ਦੇ ਹਿਸਾਬ ਨਾਲ ਵੀ ਚੱਲੀਏ, 135 ਕਰੋੜ ਆਬਾਦੀ ਆ, 35 ਰੁਪਏ GST ਦੇ, ਚਾਹੇ ਕੋਈ ਚੀਜ਼ ਖਰੀਦੀਏ ਚਾਹੇ ਨਾ ਖਰੀਦੀਏ, ਹਰ ਬੰਦੇ ਦੀ ਔਸਤ ਪੈਂਦੀ ਆ, ਉਹਨੇ 35 ਰੁਪਏ ਭਰਾਉਣੇ ਹੀ ਭਰਾਉਣੇ ਨੇ। 135 ਕਰੋੜ ਨਾਲ ਗੁਣਾ ਕਰਕੇ ਹਿਸਾਬ ਲਾ ਲਿਓ, ਇੰਨੇ ਪੈਸੇ ਤਾਂ ਆਪਾਂ ਸਿੱਧੇ ਹੀ ਦਿੰਦੇ ਆ। ਫਿਰ ਉਹ ਜਿਹੜੇ ਟੈਕਸ ਵਧਾਉਂਦੇ ਨੇ, ਐਕਸਾਈਜ਼ ਟੈਕਸ ਵਧਾਤਾ, ਪੈਟਰੋਲ ਤੇ ਲੱਗ ਗਿਆ, ਖੰਡ ਤੇ ਵੀ ਲੱਗ ਗਿਆ, ਸਰੋਂ ਦੇ ਤੇਲ ਤੇ ਵੀ ਲੱਗ ਗਿਆ, ਕਿਉਂਕਿ ਉਹ ਵੀ ਬਾਹਰੋਂ ਮੰਗਾਉਂਦੇ ਆ, ਕੋਲਾ ਬਾਹਰੋਂ ਮੰਗਾਉਣ ਲੱਗੇ, ਉਹਦੇ ਤੇ ਵੀ ਲੱਗ ਗਿਆ। ਪਰਸੋਂ ਕੇ ਚੌਥੇ ਕੇਂਦਰ ਦੀ ਸਰਕਾਰ ਨੇ ਨਵਾਂ ਫੈਸਲਾ ਕੀਤਾ, ਬਿਜਲੀ ਬੋਰਡ ਵਾਲਾ, ਜਿਹੜੇ ਪ੍ਰਾਈਵੇਟ ਥਰਮਲ ਲਾਉਂਦੇ ਨੇ, ਜਿਹੜੇ ਵਿਦੇਸ਼ੀ ਕੋਲਾ ਵਰਤਦੇ ਨੇ, ਉਹਨਾਂ ਨੂੰ ਕਹਿਤਾ ਵੀ ਤੁਸੀਂ ਰੇਟ ਆਪਦੀ ਮਰਜ਼ੀ ਨਾਲ ਵਧਾ ਲਓ, ਕੋਈ ਕੰਟਰੋਲ ਨਹੀਂ। ਜਦੋਂ ਡੀਜ਼ਲ ਦੇ ਲੋਕ ਗਏ ਖਿਲਾਫ ਕੁਝ ਸ਼ਹਿਰਾਂ 'ਚ ਵੀ ਤੁਸੀਂ ਡੀਜ਼ਲ ਦਾ ਰੇਟ ਵਧਾਇਆ, ਸਰਕਾਰ ਜੀ ਕੋਈ ਕੰਟਰੋਲ ਕਰੋ, ਕਹਿੰਦੇ ਸਾਡਾ ਕੰਟਰੋਲ ਹੀ ਨਹੀਂ ਹੈ। ਜਦੋਂ ਕੰਪਨੀ ਦੀ ਹੋ ਗਈ ਕੋਈ ਚੀਜ਼, ਉਹ ਕੰਟਰੋਲ ਨਹੀਂ, ਇਸ ਕਰਕੇ ਉਹ ਕੰਪਨੀ ਨੂੰ ਦੇਣੇ ਨੇ। ਇਹ ਸਕੂਲ ਦੀ ਗੱਲ ਚੱਲਦੀ ਸੀ, ਇਹ ਸਕੂਲ ਵੀ ਕੰਪਨੀਆਂ ਨੂੰ ਸੰਭਾਉਣੇ ਨੇ, ਸੋਹਣੇ ਸੁਨੱਖੇ ਬਣਾ ਕੇ ਵਿਕਣਯੋਗ ਚੀਜ਼ ਬਣਾਉਣੀ ਆ। ਵਿਕਣਯੋਗ ਬਣੀ ਹੋਈ ਚੀਜ਼ ਜਾਣੀ ਮੁੜ ਕੇ ਕੰਪਨੀਆਂ ਦੇ ਕਬਜ਼ਿਆਂ 'ਚ। ਜਦੋਂ ਉਹਨਾਂ ਨੇ ਕੋਲੇ ਦੀਆਂ ਖਾਣਾ, ਲੋਹੇ ਦੀਆਂ ਖਾਣਾ, ਜਿੰਨੇ ਧਰਤੀ 'ਚੋਂ ਖਣਿਜ ਨਿਕਲਦੇ ਨੇ, ਉਹ ਸਾਰੀਆਂ ਧਰਤੀ 'ਚੋਂ ਗੈਸ ਨਿਕਲਦੀ ਆ, ਧਰਤੀ 'ਚੋਂ ਤੇਲ ਨਿਕਲਦਾ, ਇਹ ਸਾਰੇ ਖੂਹ ਉਹਨਾਂ ਨੂੰ ਸੰਭਾਤੇ, ਵੱਡੇ ਅਡਾਨੀਆਂ ਅਬਾਨੀਆਂ ਨੂੰ। ਜ਼ਮੀਨ ਦਾ ਬਹੁਤ ਵੱਡਾ ਹਿੱਸਾ ਉਹਨਾਂ ਨੂੰ ਸੰਭਾਇਆ ਜਾ ਚੁੱਕਿਆ, ਪੰਚਾਇਤੀ ਜ਼ਮੀਨਾਂ ਦਾ ਵੀ। ਇਸ ਕਰਕੇ ਉਹ ਸਾਰੇ ਇਸ ਪਾਸੇ ਨੂੰ ਲੱਗੇ ਹੋਏ ਨੇ। ਤੇ ਹਵਾਈ ਜਹਾਜ਼ਾਂ ਦੇ ਅੱਡੇ, ਰੇਲ ਗੱਡੀਆਂ ਦੇ ਸਟੇਸ਼ਨ, ਬੱਸਾਂ ਦੇ ਅੱਡੇ, ਸੜਕਾਂ, ਟੋਲਾਂ ਦੇ ਉੱਤੇ ਹਰ ਚੀਜ਼ ਉਹਨਾਂ ਦੇ ਝੋਲੀ ਪਾਉਣੀ ਆ।
ਤੁਸੀਂ ਰੋਕਣਾ ਇਹਨਾਂ ਚੀਜ਼ਾਂ, ਕਿਉਂਕਿ ਤੁਹਾਡੇ ਹਿੱਤ ਨਹੀਂ ਇਹ। ਕੱਲੀ ਜ਼ਮੀਨ ਬਚਾਉਣ ਦਾ ਸਵਾਲ ਨਹੀਂ, ਜ਼ਮੀਨ ਦੇ ਨਾਲ ਨਾਲ ਕੁਝ ਚੀਜ਼ਾਂ ਹੋਰ ਵੀ ਆ। ਸਾਰੇ ਪਿੰਡਾਂ ਦੇ ਉੱਠ ਕੇ ਗਏ ਨੇ ਟੋਲ ਤੇ, ਕਹਿਣ ਗਏ ਨੇ ਵੀ ਸਾਨੂੰ ਮਾਫ ਕਰੋ, ਸਾਨੂੰ ਮਾਫ ਕਰੋ। ਕਿਸੇ ਪਿੰਡ ਦੀ ਅਜੇ ਇਹ ਆਵਾਜ਼ ਨਹੀਂ ਉੱਠੀ ਜਿਹੜੀ ਅਸੀਂ ਚਾਹੁੰਦੇ ਆ ਉੱਠਣੀ ਚਾਹੀਦੀ ਆ। ਇਹਨੂੰ ਸਾਰੇ ਨੂੰ ਚੱਕ ਕੇ ਪਰਾਂ ਮਾਰੋ ਨਾ। ਤੇ ਸੜਕ ਸਾਡੀ ਆ, ਸੜਕ ਤੇ ਪੈਸਾ ਸਾਡਾ ਲੱਗਿਆ, ਜ਼ਮੀਨਾਂ ਸਾਡੀਆਂ ਨੇ, ਤੇ ਇਹ ਕਿੱਥੋਂ ਲਿਆ ਕੇ ਬਿਠਾਦੇ ਤੁਸੀਂ ਜਿਹੜੇ ਲੰਘਣ ਵੇਲੇ ਹਰ ਵੇਲੇ ਦੁੱਗਣੇ ਪੈਸੇ ਕਰੀ ਜਾਂਦੇ ਨੇ। ਇਹ ਠਾਓ ਇਹਨਾਂ ਨੂੰ, ਇਹ ਡਿਮਾਂਡ, ਇਹ ਮੰਗ ਉੱਠਣੀ ਚਾਹੀਦੀ ਆ। ਇਹ ਉੱਠੂਗੀ ਕਿਸੇ ਵੇਲੇ, ਇਹ ਵੀ ਉੱਠੂਗੀ। ਅੱਜ 15 ਕਿਲੋਮੀਟਰ ਵਾਲਾ ਹਰ ਕੋਈ ਕਹਿੰਦਾ ਮੇਰੇ ਪਿੰਡ ਨੂੰ ਫ੍ਰੀ ਕਰ ਦਿਓ, ਉਹ ਕਰੀ ਵੀ ਜਾਂਦੇ ਨੇ, ਵਿੱਚ ਵਿੱਚ ਲੜ ਲੁੜ ਕੇ ਵੀ ਲੰਘ ਜਾਂਦੇ ਨੇ। ਤੁਹਾਡੇ ਝੰਡੇ ਨੂੰ ਤਾਂ ਉਹੀ ਪ੍ਰਵਾਨਗੀ ਆ, ਜੇ ਤੁਹਾਡਾ ਝੰਡਾ ਲੱਗਿਆ ਚਾਹੇ ਵਿੱਚ ਕਿਸਾਨ ਯੂਨੀਅਨ ਵਾਲੇ ਨਾ ਵੀ ਹੁਣ ਝੰਡਾ ਲੱਗਿਆ ਹੋਵੇ ਤਾਂ ਵੀ ਡੰਡਾ ਚੱਕ ਦਿੰਦੇ ਨੇ। ਉਹ ਮਾਹੌਲ ਇਹੋ ਜਿਹਾ। ਪਰ ਇਹ ਚੀਜ਼ਾਂ ਸਾਰੀਆਂ ਕੰਪਨੀ ਕੋਲੇ ਜਦੋਂ ਜਾਣਗੀਆਂ, ਜਦੋਂ ਸਾਡਾ ਹੋਰ ਕਾਫੀਆ ਤੰਗ ਹੋਇਆ ਇਹਨਾਂ ਦਿਨਾਂ 'ਚ ਹੋਇਆ ਆਪਣੇ ਨਾਲ, ਇਹ ਵੀ ਸਭ ਨੂੰ ਵੱਡੀਆਂ ਆਸਾਂ ਸੀਗੀਆਂ ਬਈ ਫਸਲ ਦਾ ਅਠਾਣ ਵਧੀਆ ਉੱਠਿਆ, ਝਾੜ ਬਹੁਤ ਵਧੀਆ ਹੋਊਗਾ, ਇਸ ਵਾਰੀ ਕੁਛ ਨਾ ਕੁਛ ਫਾਇਦਾ ਹੋਊਗਾ, ਕਿਸੇ ਦਾ ਕਰਜ਼ਾ ਕੁਛ ਲੈ ਜੂ, ਉਹਦੇ 'ਚ ਮਾੜਾ ਮੋਟਾ ਜਿੰਨਾ ਲੈ ਜੂ ਚੰਗਾ ਹੀ। ਮਾਰਚ ਮਹੀਨੇ 'ਚ ਐਸੀ ਕੁਦਰਤੀ ਗਰਮੀ ਪਈ, ਉਸ ਗਰਮੀ ਨੇ ਦਾਣਾ ਮਾਰਤਾ, 20% ਔਸਤਨ ਘਟ ਗਿਆ। ਹੁਣ ਉਸ ਘਟੇ ਹੋਏ ਨਾਲ ਜਿਹਦੀਆਂ ਆਸਾਂ ਲੱਗੀਆਂ ਹੋਈਆਂ ਸੀ ਕਰਜ਼ਾ ਮੋੜਨ ਦੀਆਂ, ਨਹੀਂ ਮੁੜਿਆ, ਤੇ ਉਹ ਆਹੀ 50-60 ਦਿਨਾਂ 'ਚ 50-60 ਬੰਦੇ ਆਪਣੇ ਆਪ ਨੂੰ ਖਤਮ ਕਰ ਇਸੇ ਗੱਲ ਦੇ ਮਨ। ਕਿਉਂਕਿ ਜੋ ਆਸ ਸੀ, ਆਸ ਹੀ ਨਹੀਂ ਪੂਰੀ ਹੋ ਰਹੀ। ਜਿਹੜੀਆਂ ਆਸਾਂ ਸਰਕਾਰ ਤੋਂ ਲਾਈਆਂ, ਸਰਕਾਰ ਵਾਲੇ ਪਾਸਿਓਂ ਕਦੇ ਠੰਡਾ ਬੁੱਲਾ ਨਹੀਂ ਆਇਆ। ਸਰਕਾਰ ਕਹੀ ਜਾਂਦੀ ਆ, ਲੋਕ ਵੀ ਕਹਿੰਦੇ ਸੀ ਜਿਹੜੇ ਸਪੋਰਟਰ ਸੀ, ਜ਼ਿਆਦਾ ਖੁੱਲ੍ਹ ਕੇ ਸਪੋਰਟਰ ਸੀ ਉਹਦੇ, ਭਈ ਸਰਕਾਰ ਨੂੰ ਸਮਾਂ ਦਿਓ। ਠੀਕ ਆ ਗੱਲ, ਸਮਾਂ ਦੇਣਾ ਹੀ ਚਾਹੀਦਾ। ਜਦੋਂ ਕੋਈ ਨਵਾਂ ਆਉਂਦਾ ਉਹਨੂੰ ਸਮਾਂ ਦਿਓ, ਜ਼ਰੂਰ ਸਮਾਂ ਦਿਓ। ਪਰ ਸਰਕਾਰ ਤਾਂ ਪ੍ਰੀਪੇਡ ਮੀਟਰ ਲੈ ਕੇ ਬਾਹਰ ਤੇ ਆ ਖੜੀ। ਸਰਕਾਰ ਨੇ ਆਰਡਰ ਕਰਤਾ ਵੀ ਜਿਨ੍ਹਾਂ ਦਾ ਕਰਜ਼ਾ ਉਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਤੁੰਨ ਦਿਓ। ਪਰ ਜੇ ਉਹ ਨਹੀਂ ਟਾਈਮ ਦਿੰਦੀ ਫਿਰ ਲੋਕ ਤਾਂ ਕਿਵੇਂ ਦੇਣ? ਕੀ ਕਹੀਏ ਵੀ ਲਾ ਲਾ ਤੂੰ ਪ੍ਰੀਪੇਡ ਮੀਟਰ, ਸਾਡੇ ਮੀਟਰ ਚੰਗੇ ਭਲੇ ਚੱਲਦੇ ਨੇ, ਇਹ ਤੂੰ ਲਾ ਲਵੇ, ਫਿਰ ਉਹ ਨਹੀਂ ਕਹਿ ਸਕਦੇ ਲੋਕ। ਇਸ ਕਰਕੇ ਲੋਕਾਂ ਦਾ ਤੇ ਹਾਕਮਾਂ ਦਾ ਟਕਰਾਅ ਸਦਾ ਹੀ ਰਹੂਗਾ, ਤੇ ਉਸ ਟਕਰਾਅ ਦੇ ਵਿੱਚ ਫਿਰ ਇਹ ਨਸ਼ੇ ਨੇ ਜਿਹੜੇ ਉਹਨਾਂ ਵਾਸਤੇ ਚੰਗੀ ਚੀਜ਼ ਆ, ਤਾਂ ਕਿ ਸਾਡਾ ਧਿਆਨ ਇਸ ਗੱਲ। ਹੁਣ ਦੇਖੋ ਤੁਸੀਂ ਹੋ, ਇਹਨਾਂ ਦਿਨਾਂ 'ਚ ਤੁਸੀਂ MSP ਦੀ ਲੜਾਈ ਲੜਨੀ ਸੀ, ਤੁਸੀਂ ਮਨਰੇਗਾ 'ਚ ਕੰਮ ਦੇ ਹੋਰ ਦਿਹਾੜੀਆਂ ਵਧਣ, ਇਹਦੇ ਵਾਸਤੇ ਮਜ਼ਦੂਰਾਂ ਨੇ ਲੜਨਾ ਸੀ। ਇੱਥੇ ਲੜਾਈ ਤਾਂ ਇਸ ਗੱਲ ਵਾਸਤੇ ਹੋ ਰਹੀ ਆ ਪਿਛਲੇ 11 ਦਿਨਾਂ ਤੋਂ ਵੀ ਯਾਰ ਨਸ਼ਾ ਖਤਮ ਕਰ। ਆ ਗਏ ਨਾ ਇਸ ਪਾਸੇ, ਅਸੀਂ ਉਹ ਸਾਰੀਆਂ ਗੱਲਾਂ ਸਾਡੀਆਂ ਪਾਸੇ ਰਹਿ ਗਈਆਂ। ਇਸ ਕਰਕੇ ਹਾਕਮਾਂ ਦੇ ਹੱਥ 'ਚ ਇਹ ਚੀਜ਼ਾਂ ਨੇ। ਇਹ ਨਸ਼ਾ ਬਹੁਤ ਵੱਡੀ ਚੀਜ਼ ਆ ਉਹਨਾਂ ਦੇ ਹੱਥ 'ਚ, ਸਾਨੂੰ ਕਮਜ਼ੋਰ ਕਰਨ 'ਚ, ਸਾਨੂੰ ਪਾੜਨ 'ਚ, ਸਾਨੂੰ ਸਾਡੇ ਤੇ ਨਵੇਂ ਹਮਲੇ ਕਰਨ 'ਚ ਖੁੱਲ੍ਹ ਮਿਲਦੀ ਆ ਉਹਨਾਂ ਨੂੰ। ਤੇ ਇਹਦੇ ਵਿੱਚ ਕੋਈ ਇੱਕ ਚੀਜ਼ ਨਹੀਂ, ਸਾਰੇ ਹੀ ਲੱਗੇ ਹੋਏ ਨੇ। ਜਿੰਨੀਆਂ ਵੀ ਆਪਾਂ ਦੇਖਦੇ ਹਾਂ, ਆਪਾਂ ਤੋਂ ਬਾਹਰ ਸਰਕਾਰ ਵਾਲੇ ਬੰਦੇ ਨੇ, ਉਹ ਸਾਰੇ ਇਸ ਕੰਮ 'ਚ। ਇੱਥੇ ਅਮੀਰ ਗਰੀਬ ਦਾ ਵੀ ਮਾਮਲਾ ਨਹੀਂ ਰਹਿਦਾ ਹੁੰਦਾ। ਸਭ ਦੇ ਘਰਾਂ 'ਚ ਜੇ ਇਹੋ ਜਿਹੀ ਹਾਲਤ ਬਣੂਗੀ, ਜਦੋਂ ਪਿੰਡਾਂ 'ਚ ਖੁੱਲ੍ਹਾ ਵਿਕਦਾ, ਫਿਰ ਕੋਈ ਸਵਾਦ ਵਜੋਂ, ਕੋਈ ਦੇਖਣ ਵਜੋਂ, ਕੋਈ ਤਜਰਬੇ ਵਜੋਂ ਜਦੋਂ ਕੇਰਾ ਜੀਭ ਲਾ ਲਈ ਉਹਨੂੰ, ਫੇਰ ਨਹੀਂ ਕਹਿੰਦਾ। ਹਾਲਤ ਤਾਂ ਇਹ ਬਣੀ ਹੋਈ ਆ, ਕਈ ਵਾਰੀ ਤੁਸੀਂ ਸੋਚ ਕੇ ਨਹੀਂ ਕੋਈ ਮੁੰਡਾ ਲੱਗਦਾ ਹੋਣਾ, ਪਰ ਸਵਾਦ 'ਚ, ਯਾਰੀਆਂ ਦੋਸਤੀਆਂ 'ਚ ਲੱਗ ਜਾਂਦਾ, ਫਿਰ ਉਹ ਛੁੱਟਦਾ। ਇਹ ਮਾਹੌਲ ਉਹਨਾਂ ਨੂੰ ਪਤਾ ਵੀ ਇਹ ਸਾਰੇ ਲੋਕ ਲਾਉਣੇ ਨੇ, ਅਸੀਂ ਹੌਲੀ ਹੌਲੀ ਇਸ ਪਾਸੇ ਨੂੰ ਲੱਗਣਗੇ। ਉਹ ਫਿਲਮਾਂ ਵਾਲੇ ਸਾਰੇ ਨਸ਼ਾ ਕਰਦੇ, ਉਹਨਾਂ ਨੂੰ ਸੁੱਧ ਬੁੱਧ ਨਹੀਂ ਰਹਿੰਦੀ, ਉਹਨਾਂ ਨੇ ਕੀ ਪਾਇਆ ਹੋਇਆ ਤੇ ਕਿੱਥੇ ਉਹ ਨੱਚੀ ਟੱਪੀ ਜਾਂਦੇ ਨੇ। ਉਹਨਾਂ ਨੂੰ ਤਾਂ ਹੀ ਨਹੀਂ ਸੁੱਧ ਬੁੱਧ ਰਹਿੰਦੀ ਕਿਉਂਕਿ ਉਹ ਇਹ ਕੰਮ ਕਰਦੇ ਨੇ, ਇਹਦੇ 'ਚ ਗਲਤਾਨ ਰਹਿੰਦੇ ਨੇ, ਨਸ਼ੇ 'ਚ ਹਰ ਵਕਤ ਡੁੱਬੇ ਰਹਿਣਾ ਉਹਨਾਂ। ਇਹ ਮਾਹੌਲ ਸਾਡੇ ਲੋਕਾਂ ਦਾ ਬਣਾਉਣਾ ਚਾਹੁੰਦੇ ਨੇ। ਇਹਦੇ ਵਾਸਤੇ ਤੁਸੀਂ ਜਿਹੜਾ ਕਦਮ ਚੱਕਿਆ, ਇਹ ਚੰਗਾ ਕਦਮ। ਜਦੋਂ ਇਹਦੇ ਸੰਬੰਧ 'ਚ ਸੋਚਦੇ ਆ ਤੁਸੀਂ ਲੜਨ ਦਾ, ਦੇਖੋ ਇਹ ਗੱਲ ਬਹੁਤ ਵੱਡੀ ਆ। ਜੇ ਇਹਨੂੰ ਇਉਂ ਸਮਝ ਕੇ ਲੜੋ, ਜੇ ਤਾਂ ਲੜਾਈ ਸਿਰਫ ਇੱਥੋਂ ਤੱਕ ਹੀ ਆ ਵੀ ਯਾਰ ਪਿੰਡ 'ਚ ਕੌਣ ਸਪਲਾਈ ਕਰਦਾ, ਇਹ ਵੀ ਠੀਕ ਹੈ ਤੁਹਾਡੀ ਗੱਲ। ਤੁਸੀਂ ਪਿੰਡ ਦੇ ਇੱਕ ਪਿੰਡ ਦੇ ਲੋਕ ਇੰਨਾ ਕੁ ਲੜ ਸਕਦੇ ਹੁੰਦੇ ਨੇ, ਇਹ ਵੀ ਚੰਗੀ ਗੱਲ ਆ। ਪਰ ਇੰਨੇ ਨਾਲ ਇਹ ਗੱਲ ਹੱਲ ਨਹੀਂ ਹੋਣੀ। ਸਵਾਲ ਇਸ ਗੱਲ ਦਾ ਵੀ ਇਹਦੇ ਪਿੱਛੇ ਉਹ ਤਾਕਤਾਂ ਆਪਾਂ ਨੂੰ ਪਛਾਣਨ ਦੀ ਲੋੜ ਹੈ, ਜਿਹੜੀਆਂ ਤਾਕਤਾਂ ਇਹ ਸਾਰਾ ਕੁਝ ਫਾਇਦਾ ਲੈਂਦੀਆਂ ਨੇ ਇਸ ਦਾ, ਜਿਹੜੀਆਂ ਤਾਕਤਾਂ ਇਹਨੂੰ ਖੁੱਲ੍ਹ ਦਿੰਦੀਆਂ ਨੇ, ਜਿਹੜੀਆਂ ਤਾਕਤਾਂ ਸਾਡੇ ਖਿਲਾਫ ਨੇ, ਉਹਦੀ ਗਿਣਤੀ ਕਰੋ। ਜਾਣੀ ਹਮੇਸ਼ਾ ਹੀ ਇੱਥੇ ਤੁਸੀਂ ਬੈਠੇ ਹੋ, ਇਹ ਚੰਗੀ ਗੱਲ ਆ। ਤੁਹਾਡੇ ਵਿੱਚ ਕਿਸਾਨ ਮਜ਼ਦੂਰ ਸਾਂਝੇ ਤੌਰ ਤੇ ਬੈਠੇ ਹੋ, ਇਹ ਵਧੀਆ ਗੱਲ। ਨਹੀਂ ਤਾਂ ਪਿੰਡਾਂ 'ਚ ਅੱਜ ਕੱਲ੍ਹ ਹਵਾ ਵਗੀ ਹੋਈ ਸੀਗੀ, ਤੂੜੀ ਵਾਲੇ ਮਾਮਲੇ ਨੂੰ ਲੈ ਕੇ, ਮੂਹਰੇ ਆਉਂਦੇ ਝੋਨੇ ਦੀ ਲਵਾਈ ਨੂੰ ਲੈ ਕੇ,
ਖਾਸੇ ਥਾਵਾਂ ਤੇ ਰੋਸ ਮੁਜ਼ਾਹਰੇ ਜਾਂ ਰੋਸ ਗੱਲਾਂ ਹੋ ਰਹੀਆਂ ਨੇ, ਇੱਥੇ ਇਕੱਠੇ ਬੈਠੇ ਹੋ, ਇਹ ਸਭ ਤੋਂ ਵਧੀਆ ਗੱਲ। ਅਸੀਂ ਪਛਾਣਨ ਦੀ ਲੋੜ ਆ, ਜਿਹੜੇ ਹਾਕਮਾਂ ਦੀਆਂ ਕੁੱਲ ਨੀਤੀਆਂ ਤੋਂ ਆਪਾਂ ਤੰਗ ਆ, ਉਹ ਸਾਰਿਆਂ ਦਾ ਇੱਕ ਹਿੱਸਾ ਬਣਦਾ, ਜਾਤ ਨਹੀਂ ਬਣਦੀ। ਆਪਾਂ ਲੋਕਾਂ ਦਾ ਧੜਾ ਕਹਿ ਲਓ, ਆਪਾਂ ਇੱਕ ਜਮਾਤ ਕਹਿ ਲਓ, ਜਮਾਤ ਦੇ ਤੌਰ ਤੇ ਹੀ ਉਹ ਲੱਗੇ ਹੋਏ ਨੇ। ਇਹ ਮਤ ਸਮਝੋ ਕਿ ਅਸੀਂ ਅਕਾਲੀ ਹਰਾਤੇ, ਅਸੀਂ ਕਾਂਗਰਸੀ ਹਰਾਤੇ, ਅਸੀਂ ਆਪ ਵਾਲੇ ਲਿਆਂਦੇ ਨੇ। ਇਹ ਤਿੰਨਾਂ ਨੂੰ ਜਿੱਧਰ ਦੀ ਮਰਜ਼ੀ ਦੇਖ ਲਓ, ਖੱਬੇ ਪਾਸੇ ਦੀ ਹੋ ਕੇ ਉੱਪਰਲੇ ਪਾਸੇ ਦੀ, ਸੱਜੇ ਪਾਸੇ ਦੀ, ਮੂਹਰੋਂ ਮਗਰੋਂ, ਜਿੱਥੋਂ ਮਰਜ਼ੀ ਦੇਖ ਲਓ, ਇੱਕੋ ਹੀ ਗੱਲ ਆ, ਸਾਰਿਆਂ ਦੀ ਇੱਕੋ ਹੀ ਪਾਲਿਸੀ ਆ। ਪਾਲਿਸੀ 'ਚ ਫਰਕ ਨਹੀਂ ਹੈ। ਇੱਥੋਂ ਅਗਲੀ ਗੱਲ, ਬੰਦਾ ਬਦਲਣ ਨਾਲ ਕੋਈ ਚੀਜ਼ ਇੱਥੋਂ ਦੀ ਨਹੀਂ ਬਦਲਣੀ। ਆਪਣੇ ਮੁਲਕ ਦੀ, ਆਪਣੇ ਮੁਲਕ ਦਾ ਇੱਕ ਢਾਂਚਾ ਬਣਿਆ 47 'ਚ, ਉਹ ਢਾਂਚਾ ਬਣਾਇਆ ਵੱਡਿਆਂ ਨੇ, ਕਿਉਂਕਿ ਉਦੋਂ ਆਮ ਕਿਸਾਨ ਇਸ ਹਾਲਤ 'ਚ ਨਹੀਂ ਸੀ ਹੁੰਦਾ ਜਿਹੜੀ ਹਾਲਤ 'ਚ ਆਪਾਂ ਅੱਜ ਖੜ ਕੇ ਬੋਲਦੇ ਆ। ਆਪਾਂ ਨੂੰ ਇੰਨੀ ਸੋਝੀ ਨਹੀਂ ਸੀ ਹੁੰਦੀ, ਨਾ ਹੀ ਇੰਨੇ ਸਾਧਨ ਹੁੰਦੇ ਸੀ ਆਪਣੇ ਕੋਲੇ। ਉਦੋਂ ਸਾਰੇ ਸਾਧਨ ਰਾਜਿਆਂ ਮਹਾਰਾਜਿਆਂ ਦੇ ਨਾਵਾਂ ਤੇ ਜ਼ਮੀਨਾਂ ਹੁੰਦੀਆਂ ਸੀ, ਉਹੀ ਹੁੰਦੇ ਸੀ ਅਦਨਾ ਮਾਲਕ ਸਾਰੀ ਜ਼ਮੀਨ ਦੇ, ਜਿਹਨੂੰ ਜੀ ਕਰਦਾ ਸੀ ਵੰਡ ਦਿੰਦੇ ਸੀ। ਇਸ ਕਰਕੇ ਬਾਕੀ ਤਾਂ ਸਾਰੇ ਕੰਮੀ ਕਮੀਣ ਹੀ ਸੀ, ਕੋਈ ਨੀਵਾਂ ਸੀ ਕੋਈ ਉੱਚਾ ਸੀ, ਪਰ ਸੀ ਸਾਰੇ ਕੰਮ ਹੀ ਉਦੋਂ। ਇਸ ਕਰਕੇ ਉਹ ਸਾਰੇ ਹਿੱਸੇ ਜਿਹੜਾ ਕਾਨੂੰਨ ਉਹਨਾਂ ਨੇ ਬਣਾਇਆ, ਉਹ ਰਾਜਿਆਂ ਮਹਾਰਾਜਿਆਂ ਦੇ ਨੁਮਾਇੰਦਿਆਂ ਨੇ ਬਣਾਇਆ, ਤੇ ਉਹ ਕਾਨੂੰਨ ਦੇ ਮੁਤਾਬਕ ਪ੍ਰਬੰਧ ਚੱਲਦਾ। ਆਪਣਾ ਪ੍ਰਬੰਧ ਬੰਦੇ ਮੁਤਾਬਕ ਨਹੀਂ ਚੱਲਦਾ, ਪ੍ਰਬੰਧ ਬੰਦੇ ਨੂੰ ਚਲਾਉਂਦਾ ਜਿਹੜਾ ਉਸ ਕੁਰਸੀ ਤੇ ਬਹਿ ਗਿਆ। ਦੇਖੋ ਕਿੰਨੀਆਂ ਨੇ, 30-35 ਸਾਲਾਂ ਦੀਆਂ ਕੈਸਟਾਂ ਨੇ, ਹਰੇਕ ਕੈਸਟ ਦੇ ਵਿੱਚ ਭਗਵੰਤ ਮਾਨ ਦਾ ਕੋਈ ਲੋਕ ਪੱਖੀ ਸੁਨੇਹਾ ਹਰੇਕ ਕੈਸਟ ਦੇ ਵਿੱਚ ਉਹਨੇ ਕੋਈ ਨਾ ਕੋਈ ਐਸੀ ਟਿੱਪਣੀ ਕੀਤੀ ਆ, ਪੜ੍ਹਨ ਵਾਲੇ ਮੁੰਡਿਆਂ ਬਾਰੇ, ਪੜ੍ਹਾਉਣ ਵਾਲੇ ਅਧਿਆਪਕਾਂ ਬਾਰੇ, ਬੇਰੁਜ਼ਗਾਰਾਂ ਬਾਰੇ, ਕਿਸਾਨਾਂ ਬਾਰੇ, ਮਜ਼ਦੂਰਾਂ ਬਾਰੇ, ਦੁਕਾਨਦਾਰਾਂ ਬਾਰੇ, ਬਾਣੀਆਂ ਬਾਰੇ, ਜੱਟਾਂ ਬਾਰੇ, ਜੋ ਟਕਰਾਅ ਨੇ, ਜੋ ਚੀਜ਼ਾਂ ਨੇ, ਲੋਕ ਪੱਖੀ ਚੀਜ਼ਾਂ ਉਹਨੇ ਕੀਤੀਆਂ 30-35 ਸਾਲ। ਉਹਨੂੰ ਕੱਲੀ ਕੱਲੀ ਨਬਜ਼, ਕੱਲੀ ਕੱਲੀ ਗੱਲ ਦਾ ਪਤਾ, ਪਰ ਤੂੰ ਹੋ ਕਿਉਂ ਨਹੀਂ ਰਿਹਾ ਕੁਛ? ਜੇ ਰੇਤੇ ਨੂੰ ਰੋਕਣ ਦਾ ਸਵਾਲ ਸੀ ਕਿ ਅਸੀਂ ਮਾਫੀਆ ਰੋਕਾਂਗੇ, ਖਨਨ ਰੋਕਾਂਗੇ, 4200 ਵਾਲੀ ਟਰਾਲੀ ਪਰਸੋਂ ਬਠਿੰਡੇ 16,000 ਦੀ ਵਿਕੀ ਆ ਰੇਤੇ ਦੀ। ਹੁਣ ਇਹ ਤਾਂ ਪਤਾ ਨਹੀਂ, ਜੇ ਇਹਨੂੰ ਕੰਟਰੋਲ ਨਹੀਂ ਹੋ ਸਕਦੀ ਗੱਲ, ਇਹ ਕਿਸੇ ਇੱਕ ਦਾ ਮਾਮਲਾ ਤਾਂ ਹੈ ਨਹੀਂ, ਇਹ ਤਾਂ ਮਾਮਲਾ ਸਾਰਿਆਂ ਦਾ। ਜੇ ਮਤਲਬ ਤੁਸੀਂ ਦਿੱਲੀ ਗਏ ਹੋ ਪ੍ਰਧਾਨ ਮੰਤਰੀ ਨੂੰ ਮਿਲਣ, ਨਾਲ ਹੀ ਤੁਹਾਡੇ ਚਿੱਠੀ ਆ ਗਈ ਵੀ ਪ੍ਰੀਪੇਡ ਮੀਟਰ ਲਾਓ, ਮੀਟਰ ਵਾਲਾ ਟਰੱਕ ਆ ਗਿਆ ਭਰ ਕੇ ਨਾਲ, ਤੇ ਤੁਸੀਂ ਮੁਲਾਜ਼ਮਾਂ ਨੂੰ ਕਹਿੰਦਾ ਲਾਉਣ ਚੜ ਜਾਓ। ਫੇਰ ਪਹਿਲਾਂ ਨਾਲੋਂ ਫਰਕ ਕਿੱਥੇ ਪੈ ਗਿਆ? ਕਿਹੜੀ ਗੱਲ 'ਚ ਪੈ ਗਿਆ ਫਰਕ? ਜੇ ਕੋਈ ਮੰਗਣ ਜਾਂਦਾ, ਰੁਜ਼ਗਾਰ ਮੰਗਦਾ, ਤੁਸੀਂ ਕਿਹਾ ਹੋਇਆ, ਉਹ ਮੰਗਣ ਗਏ ਨੇ, ਤੁਸੀਂ ਡਾਂਗਾ ਮਾਰੀਆਂ ਉਹਨਾਂ ਦੇ, ਇਹ ਫਰਕ ਕਿੱਥੇ ਆ? ਵੀ ਇਹ ਤਾਂ ਪਹਿਲੀਆਂ ਸਰਕਾਰਾਂ ਵੇਲੇ ਵੀ ਆਈ ਹੁੰਦਾ ਸੀ। ਯਾਨੀ ਫਰਕ ਨਹੀਂ ਰਹਿਣਾ, ਕਿਉਂਕਿ ਸਰਕਾਰ ਜਿਹੜੀ ਇਹ ਕੱਚੀ ਸਰਕਾਰ ਆ, ਜਿਹੜੀ ਸਾਨੂੰ ਉਹਨਾਂ ਨੇ ਲਾਲਚ ਦਿੱਤਾ ਵੀ ਤੁਸੀਂ 5 ਸਾਲਾਂ ਬਾਅਦ ਬਦਲ ਲਓ, ਕੱਢ ਲਓ ਗੁੱਸਾ ਜਿਹਦੇ ਖਿਲਾਫ ਮਰਜ਼ੀ। ਜਿਹੜੀ ਪੱਕੀ ਸਰਕਾਰ ਆ, ਸੈਕਟਰੀ, ਡਾਇਰੈਕਟਰ, ਮਹਿਕਮੇ, ਉਹ ਤਾਂ ਚੇਂਜ ਨਹੀਂ ਹੁੰਦੇ, ਉਹਨੂੰ ਤਾਂ ਲੋਕ ਨਹੀਂ ਚੁਣਦੇ, ਉਹ ਨਹੀਂ ਤਬਦੀਲ ਹੁੰਦੇ, ਨਾ ਉਹਨੂੰ ਲੋਕ ਚੁਣਦੇ ਨੇ। ਹੁਣ ਤਾਂ ਹਾਕਮਾਂ ਦਾ ਇੱਕ ਗਰੁੱਪ ਬਣਿਆ ਤੇ ਉਹ ਚੁਣਦੇ ਨੇ IAS ਅਫਸਰਾਂ ਨੂੰ। ਉਹ ਫਿਰ ਆ ਕੇ ਚਾਹੇ ਦਲਿਤਾਂ ਦਾ ਮੁੰਡਾ ਹੋਵੇ, IAS ਅਫਸਰ DC ਲੱਗਿਆ ਹੋਵੇ, ਕਿਸੇ ਦਲਿਤ ਨੂੰ ਉਹਨੇ ਦੇਤਾ ਹੋਵੇ ਟੋਟਾ ਜ਼ਮੀਨ ਦਾ ਵੀ ਆ ਤੂੰ ਲੈ ਲੈ ਮੇਰੇ ਕਬਜ਼ੇ 'ਚ, ਮੈਂ ਕਰ ਦਿੰਦਾ ਹੈ, ਜਾਂ ਉਹਦੇ ਮੁੰਡੇ ਨੂੰ ਨੌਕਰੀ ਦੇਤੀ ਹੋਵੇ ਕਿਸੇ ਦਲਿਤ ਦੇ ਨੂੰ। ਕੋਈ ਦਿਖਾਓ ਇਹੋ ਜਿਹਾ। ਇੱਥੇ ਆਪਣੇ ਰਹੀ ਨੇ ਬਠਿੰਡੇ, ਦਰਬਾਰਾ ਸਿੰਘ ਗੁਰੂ ਬਠਿੰਡੇ DC ਰਿਹਾ, ਕਿੰਨੇ ਕੁ ਦਲਿਤਾਂ ਨੂੰ ਅੰਦਰ ਸੱਦ ਬਿਠਾਉਂਦਾ ਸੀ ਉਹ, ਜੇ ਕੋਈ ਦੱਸ ਸਕਦਾ ਉਹ। ਇਸ ਕਰਕੇ ਇਹਦੇ ਨਾਲ ਫਰਕ ਨਹੀਂ ਪੈਂਦਾ, ਕਿਉਂਕਿ ਉਹ ਇੱਕ ਢਾਂਚਾ, ਉਹ ਢਾਂਚੇ ਦੇ ਹਿਸਾਬ ਨਾਲ ਚੱਲਣਾ, ਪਾਲਿਸੀਆਂ ਤੈਅ ਨੇ। ਇੱਥੇ ਇਹ ਚੀਜ਼ ਲਾਗੂ ਹੋਣੀ ਆ ਕਿ ਸਰਕਾਰੀ ਅਦਾਰੇ ਪ੍ਰਾਈਵੇਟ ਕੰਪਨੀਆਂ ਨੂੰ ਵੇਚਣ, ਬਿਜਲੀ ਦਾ ਆਉਂਦਾ, ਬਿਜਲੀ ਮੁਫਤ ਦੇਣੀ ਆ, ਤੁਸੀਂ ਮੰਗਣੀ ਆ, ਕਿਉਂਕਿ ਪੈਸੇ ਹੈ ਨਹੀਂ, ਕਿੱਥੋਂ ਦੇਈਏ? ਜਿਵੇਂ ਆ ਦਿਹਾੜੀ ਦਾ ਰੌਲਾ ਪੈਂਦਾ, ਇਹ ਦਿਹਾੜੀ ਦਾ ਰੌਲਾ ਜਾਇਜ਼ ਆ, ਇਹ ਨਜਾਇਜ਼ ਨਹੀਂ ਹੈਗਾ। ਹਾਲਾਤ ਇਹੀ ਜਿਹੇ ਆ, ਕਿਸਾਨ ਕਹਿੰਦਾ ਵੀ ਮੈਂ 200 ਤੋਂ ਵੱਧ ਦੇ ਨਹੀਂ ਸਕਦਾ, ਮੇਰਾ ਨਹੀਂ ਸਰਦਾ, ਸੱਚੀ ਨਹੀਂ ਸਰਦਾ, ਜੋ ਅਸੀਂ ਵੀ ਕਹਿੰਦੇ ਆ। ਮਜ਼ਦੂਰ ਕਹਿੰਦਾ ਮੇਰਾ 700 ਤੋਂ ਬਿਨਾਂ ਨਹੀਂ ਸਰਦਾ ਦਿਨ 'ਚ। ਇਹ 200 ਤੋਂ 700 ਦਾ ਮੇਲ ਕਿਵੇਂ ਹੋਊਗਾ? ਗਰੀਬੀ ਦੋਨਾਂ ਘਰਾਂ 'ਚ ਹੀ ਆ, ਲੋੜ ਦੋਨਾਂ ਘਰਾਂ 'ਚ ਹੀ ਆ, ਪੈਸੇ ਦੀ ਹਾਲਤ ਇਹ ਬਣੀ ਹੋਈ ਆ। ਜੇ ਗਰੀਬੀ ਆ ਫਿਰ ਉੱਥੇ ਹਾਲਤ ਨੇ, ਉਦੋਂ ਲੋੜ ਆ, ਫਿਰ ਜੇ ਕੀ ਮਿਲ ਸਕਦੀ ਆ ਮੁਫਤ ਲਵੋ, ਬਈ ਮੁਫਤ ਦਿੰਦੇ ਹੋ ਤੁਸੀਂ ਦਿਓ। ਪਰ ਸੋਚਣ ਵਾਲੀ ਗੱਲ ਇਹ ਹੈ, ਪੰਜਾਬ ਸਰਕਾਰ ਕੋਲੇ ਬਿਜਲੀ ਦਾ 1 ਯੂਨਿਟ ਵੀ ਹੈ, ਆਪਦੀ ਬਿਜਲੀ ਵੀ ਹੈ ਨਹੀਂ, ਸਾਰੀ ਮੁੱਲ ਲੈਣੀ ਆ। ਮਤਲਬ ਕਿਵੇਂ ਦੇਣਗੇ ਸਰਕਾਰਾਂ, ਕਿੱਥੋਂ ਦੇਣਗੇ? ਕਹਿਣ ਤਾਂ ਦਿੰਦੇ ਨੇ, ਵੋਟਾਂ 'ਚ ਵੀ ਕਿਹਾ ਇੱਕ ਬੀਬੀ ਨੇ, ਧੂਰੀ ਤੋਂ ਇੱਕ ਬੋਲੀ MLA ਦੇ ਘਰ ਵਾਲੇ, ਕਹਿੰਦੀ ਵੀ ਪਿੰਡ ਵਾਲੇ ਮੈਨੂੰ ਚੰਗੇ ਨਹੀਂ ਸਮਝਦੇ, ਮੈਂ 2 ਕਰੋੜ ਰੁਪਈਆ ਲਾਤਾ ਪਿੰਡ ਤੇ। ਇੱਕ ਬਾਬੇ ਨੇ ਕਿਹਾ ਉੱਥੇ ਕਿਸੇ ਨੇ ਉੱਠ ਕੇ, ਕਹਿੰਦਾ ਬੀਬੀ ਤੂੰ ਜੇਬ 'ਚੋਂ ਲਾਏ ਸੀ? ਸਾਡੇ ਹੀ ਪੈਸੇ ਨੇ, ਜੇ ਲੋਕਾਂ ਦੇ ਪੈਸੇ ਲਾਉਣੇ ਨੇ, ਸਬਸਿਡੀ ਦੇਣੀ ਆ,
ਫਿਰ ਸਾਥੋਂ ਹੋਰ ਪਾਸੇ ਦੀ ਲੈ ਜਾਣੀ ਆ। ਇਹ ਮੁਫਤ ਕਿਵੇਂ ਹੋ ਗਈ ਚੀਜ਼ ਵੀ? ਕੋਈ ਵੀ ਕਹਿਣ ਨੂੰ ਤਾਂ ਠੀਕ ਆ, ਨਾਰੇ ਲਾ ਲਓ, ਤਾੜੀਆਂ ਵਜਵਾ ਲਓ ਬੋਲ ਕੇ, ਪਰ ਮੁਫਤ ਕਿਵੇਂ ਹੋਈ? ਕੇਂਦਰ ਦੀ ਸਰਕਾਰ ਕਹਿੰਦੀ ਵੀ ਕੋਵਿਡ ਦੇ 2 ਸਾਲਾਂ ਦੌਰਾਨ ਮੈਂ 80 ਕਰੋੜ ਲੋਕਾਂ ਨੂੰ ਮੁਫਤ ਖਾਣਾ ਦਿੱਤਾ, ਜਿਹੜੇ ਕਾਰਡਾਂ ਤੇ ਲੈਂਦੇ ਨੇ। ਇੱਥੇ ਮਿਲਿਆ ਕਿ ਨਹੀਂ ਮਿਲਿਆ ਇੱਥੋਂ ਵਾਲਿਆਂ ਨੂੰ ਪਤਾ ਹੋਊ, ਪਰ ਉਹ ਕਹਿੰਦੇ ਨੇ ਵੀ ਅਸੀਂ 80 ਕਰੋੜ ਲੋਕਾਂ ਨੂੰ 2 ਸਾਲ ਮੁਫਤ ਖਾਣਾ ਦਿੱਤਾ। ਜਿਹੜਾ ਬਾਹਰੋਂ ਤੇਲ ਮੰਗਾਇਆ ਉਹ ਤੇ ਐਕਸਾਈਜ਼ ਡਿਊਟੀ ਲਾਤੀ। 3.5 ਲੱਖ ਕਰੋੜ ਰੁਪਇਆ 2 ਸਾਲਾਂ 'ਚ ਇਕੱਠਾ ਕਰ ਲਿਆ ਲੋਕਾਂ ਤੋਂ। ਲਾਇਆ 2.5 ਲੱਖ ਕਰੋੜ, ਇਕੱਠਾ ਕਰ ਲਿਆ 3.5 ਲੱਖ ਕਰੋੜ। ਮੁਫਤ ਕਿਵੇਂ ਹੋ ਗਿਆ? ਜੇ ਕੋਈ ਕਹੇ ਵੀ ਮੁਫਤ ਆ, ਬਿਜਲੀ ਮੁਫਤ ਕਿਵੇਂ ਹੋ ਗਈ? ਪਹਿਲੀ ਗੱਲ ਤਾਂ ਸਰਕਾਰ ਨੇ ਸਰਦਾਰਗੜ੍ਹ ਲਾਇਆ ਅਡਾਨੀ ਦਾ ਸੋਲਰ ਪਲਾਂਟ। ਮੇਰੇ ਹਾਲ ਧਰਨਾ ਮਾਰਨ ਗਏ ਸੀ ਕਿਸਾਨ ਯੂਨੀਅਨ ਵਾਲੇ, ਇੱਥੋਂ ਵੀ ਗਏ ਹੋਣਗੇ। 17 ਰੁਪਏ ਯੂਨਿਟ ਖਰੀਦਣੀ ਆ, ਉੱਥੋਂ ਸਮਝੌਤਾ ਹੋਇਆ ਹੋਇਆ। ਉੱਥੋਂ 17 ਰੁਪਏ ਲੈ ਕੇ ਇੱਥੇ ਮੁਫਤ ਕਿਵੇਂ ਦਿੱਤੀ ਜਾਊਗੀ ਤੇ ਕਿੰਨਾ ਚਿਰ ਦਿੱਤੀ ਜਾਊਗੀ? ਤੇ ਮੁਫਤ ਦੇ ਨਾਂ ਤੇ ਹੋਰ ਪਾਸੇ ਦੀ ਕਿੰਨੇ ਟੈਕਸ ਲੱਗਣਗੇ? ਹੋਰ ਪਾਸੇ ਦੀ ਮਹਿੰਗਾਈ, ਅੱਜ ਸਰੋਂ ਦੇ ਢੇਰ ਲੱਗੇ ਪਏ ਨੇ ਤੇ 200 ਰੁਪਏ ਤੋਂ ਤੇਲ ਨਹੀਂ ਘਟ ਰਿਹਾ। ਇਹੀ ਅਡਾਨੀ ਆ ਨਾ, ਜਦੋਂ ਚੀਜ਼ਾਂ ਇਹਨਾਂ ਦੇ ਹੱਥ 'ਚ ਗਈਆਂ ਫਿਰ ਇਹੀ ਨੇ। ਇਸ ਕਰਕੇ ਉਹਨਾਂ ਦੀ ਲੋੜ ਆ ਕਿ ਨਸ਼ਾ ਵੀ ਵੱਧ ਤੋਂ ਵੱਧ, ਕਿਉਂਕਿ ਇਹ ਸਾਨੂੰ ਭਟਕਾਉਂਦਾ। ਆ ਹੁਣ ਨਵੀਆਂ ਚਾਲਾਂ ਚੱਲੀਆਂ ਹੋਈਆਂ ਨੇ, ਹੁਣ ਤਾਂ ਪਹਿਲਾਂ ਤੋਂ ਹੀ ਚੱਲਦੇ ਨੇ। ਕਿਸਾਨ ਕੋਲ ਤੋਂ ਬਾਅਦ ਤੇਜ਼ ਕਰਦੀਆਂ, ਲੋਕਾਂ 'ਚ ਪਾਟਕ ਪਾਉਣ ਵਾਲੀ ਫਿਰਕਾ ਪ੍ਰਸਤੀ ਲੈ ਆਏ। ਤੇ ਨਸ਼ੇ ਨਾਲੋਂ ਵੀ ਵੱਡਾ ਨਸ਼ਾ ਧਰਮ ਦਾ ਨਸ਼ਾ। ਹਰ ਕਿਸੇ ਨੂੰ ਇਹ ਆ ਵੀ ਮੇਰਾ ਧਰਮ ਉੱਤੇ ਆ, ਹਿੰਦੂ ਧਰਮ ਸਭ ਤੋਂ ਉੱਚਾ, ਇਸ ਕਰਕੇ ਬਾਕੀ ਧਰਮ ਕੋਈ ਹੈ ਨਹੀਂ। ਕੇਰਾਂ ਉਹਨਾਂ ਨੇ ਹੁਣ ਨਿਸ਼ਾਨਾ ਬਣਾਇਆ ਹੋਇਆ ਮੁਸਲਮਾਨਾਂ ਨੂੰ, ਨੰਬਰ 2 ਤੇ ਈਸਾਈਆਂ ਨੂੰ। 2 ਹਿੱਸਿਆਂ ਨੂੰ ਬਹੁਤ ਤੇਜ਼ੀ ਨਾਲ ਨਿਸ਼ਾਨਾ ਬਣਾਇਆ ਹੋਇਆ ਹਿੰਦੁਸਤਾਨ ਦੇ ਅੰਦਰ। ਐਵੇਂ ਕਹਿ ਦਿਓ ਤੁਸੀਂ ਜਾ ਕੇ, ਤੁਹਾਡੇ ਫਰਿੱਜ 'ਚ ਜੀ ਗਾਂ ਦਾ ਮੀਟ ਪਿਆ, ਅਸੀਂ ਤਾਂ ਮਾਰਾਂਗੇ। ਨਾ ਮੀਟ ਦੇਖਣਾ, ਨਾ ਮੀਟ ਦਾ ਟੈਸਟ ਕਰਾਉਣਾ, ਬੰਦਾ ਮਾਰ ਦੇਣਾ ਜਾ ਕੇ। ਇਹ ਫਿਰਕੂ ਭੀੜਾਂ ਜਿਹੜੀਆਂ ਭਾਜਪਾ ਨੇ ਹੁਣ ਤੇਜ਼ੀ ਨਾਲ ਚੜਾਈਆਂ ਹੋਈਆਂ ਨੇ, ਇਹ ਲੋਕਾਂ ਨੂੰ ਪਾੜਨ ਵਾਸਤੇ ਨੇ, ਖਿੰਡਾਉਣ ਵਾਸਤੇ ਨੇ। ਸਾਨੂੰ ਲੱਗ ਸਕਦਾ ਵੀ ਇਹ ਮੱਧ ਪ੍ਰਦੇਸ਼ 'ਚ ਹੋ ਗਿਆ ਜੀ, ਇਹ ਦਿੱਲੀ 'ਚ ਹੋ ਗਿਆ, ਸਾਨੂੰ ਕੀ ਫਰਕ ਪੈਂਦਾ? ਪਊਗਾ ਫਰਕ। ਪੰਜਾਬ 'ਚ ਉਹਨਾਂ ਨੇ ਅਮਨ ਚੈਨ ਨੂੰ ਚੁਆਤੀ ਲਾਤੀ ਪਟਿਆਲੇ 'ਚ। ਇਹ ਕਿੰਨੀ ਕੁ ਭਾਂਬੜ ਬਣੂਗੀ, ਇਹਨੂੰ ਲੋਕ ਕਿੰਨਾ ਕੁ ਭਾਂਬੜ ਬਣ ਦੇਣਗੇ ਤਾਂ ਲੋਕਾਂ ਤੇ ਨਿਰਭਰ ਆ। ਹਾਕਮਾਂ ਨੇ ਤਾਂ ਚੁਆਤੀ ਲਾਤੀ ਆ ਕੇ, ਨਾ ਕੋਈ ਮੁੱਦਾ ਨਾ ਕੋਈ ਗੱਲ, ਪਰ ਕਹਿ ਤਾਂ ਆ ਕੇ ਵੀ ਅਸੀਂ ਤਾਂ ਐਂ ਕਰਾਂਗੇ। ਤੁਸੀਂ ਆ ਕੇ ਤਾਂ ਐਂ ਕਿਵੇਂ ਕਰੋਗੇ? ਆ ਜਾਓ ਫਿਰ ਵਾਲੇ ਦੋਏ ਟਕਰਾ ਗਏ। ਹੁਣ ਐਂ ਤਾਂ ਹੈ ਨਹੀਂ ਵੀ ਦੋਏ ਟੱਕਰਨਗੇ, ਉਹਦੇ 'ਚ ਆਮ ਵੀ ਬੰਦੇ ਆਉਂਦੇ ਹੀ ਨੇ। ਅੱਗੇ ਕਿਹੜਾ ਸਾਰੇ ਲੱਗੇ ਹੋਏ ਸੀ ਇਸ ਕੰਮ, ਸਾਰਿਆਂ ਦੇ ਹੱਥ ਤੱਕ ਕੇ ਵੀ AK-47 ਨਹੀਂ ਸੀ, ਪਰ ਟਿੰਡੀ ਦੇ ਵੀ ਤੇ ਤਾਂ ਸਾਰੇ ਹੀ ਚੜੇ ਵੀ 5 ਵਜੇ ਤੋਂ ਬਾਅਦ ਬਾਹਰ ਨਹੀਂ ਨਿਕਲਣਾ, ਕੁੱਤਾ ਨਹੀਂ ਘਰ 'ਚ ਰੱਖਣਾ, ਬਾਹਰ ਲਾਈਟ ਨਹੀਂ ਲਾਉਣੀ, ਆਹ ਬਾਣਾ ਨਹੀਂ ਪਾਉਣਾ, ਐ ਸੁੱਚੀ ਬਿੰਦੀ ਨਹੀਂ ਕਰਨੀ। ਆ ਮੀਟ ਵਾਲਿਆਂ ਨੂੰ ਕਹਿੰਦਾ ਸੀ, ਨਾਈਆਂ ਨੂੰ ਕਹਿੰਦਾ ਸੀ ਦਾੜੀਆਂ ਨਹੀਂ ਕੱਟਣੀਆਂ। ਕਿੰਨੇ ਥਾਵਾਂ ਤੇ ਕਸਾਬ ਪੈ ਗਿਆ ਸੀ। ਇਹ ਕਸਾਬ ਦੂਜੇ ਪਾਸੇ ਕਹਿੰਦੇ ਜੇ ਤੁਸੀਂ ਐ ਕਰੋਗੇ ਅਸੀਂ ਕਰਾਂਗੇ। ਫਿਰ ਉਹ ਸਰਕਾਰ ਆਉਂਦੀ ਸੀ, KPS ਗਿੱਲ ਸਭ ਤੋਂ ਵੱਡਾ ਜ਼ਾਲਮ ਅਫਸਰ ਲਾਇਆ ਉਹਨਾਂ ਨੇ, ਤੇ ਫੜ ਮੁੰਡੇ ਜਿਵੇਂ ਉਹਨੇ ਝੋਨੇ ਦੀਆਂ ਫਸਲਾਂ ਦੇ ਵਿੱਚ ਮਾਰੇ ਨੇ, ਤੇ ਝੋਨੇ 'ਚ ਜਿਹੜੀ ਖੁਸ਼ਬੂ ਆਉਂਦੀ ਸੀ ਉੱਥੇ ਖੂਨ ਬਦਬੂ ਆਉਂਦੀ ਰਹੀ ਆ ਪੰਜਾਬ 'ਚ। ਹਾਲਤ ਉਹਨੇ ਐਂ ਕੀਤੀ ਤੇ ਸ਼ਾਂਤੀ ਦਾ ਪੁੰਜ ਬਣ ਗਿਆ ਬੇਅੰਤ। ਸਾਰੇ ਮੁੰਡਿਆਂ ਨੂੰ ਮਰਵਾ ਕੇ ਉਹ ਸ਼ਾਂਤੀ ਦਾ ਪੁੰਜ ਬਣਿਆ। ਮਾਹੌਲ ਇਹ ਬਣਾਉਣਾ ਉਹਨਾਂ ਨੇ ਵੋਟਾਂ ਲੈਣੀਆਂ ਨੇ ਲੋਕਾਂ ਨੂੰ ਪਾੜ ਕੇ, ਉਹਨਾਂ ਨੇ ਪੈਸੇ ਬਣਾਉਣੇ ਨੇ ਲੋਕਾਂ ਨੂੰ ਪਾੜ ਕੇ, ਤੇ ਉਹਨਾਂ ਨੇ ਰਾਜ ਕਰਨਾ ਇੱਥੇ ਪੱਕੇ ਤਰ੍ਹਾਂ, ਤੇ ਸਾਮਰਾਜੀਆਂ ਨਾਲ ਗੰਢ ਜੋੜਾ ਉਹਨਾਂ ਦੀਆਂ ਨੀਤੀਆਂ ਲਾਗੂ ਕਰਨੀਆਂ ਨੇ। ਇਹ ਉਹਨਾਂ ਦਾ ਮਕਸਦ ਆ। ਇਸ ਕਰਕੇ ਜਦੋਂ ਉਹ ਮਕਸਦ ਆ, ਫਿਰ ਇਹ ਮੱਧ ਪ੍ਰਦੇਸ਼ 'ਚ ਨਹੀਂ ਰਹਿੰਦੀ ਇਹੋ ਜਿਹੀ ਗੱਲ, ਇਹ ਆਪਣੇ ਤੇ ਵੀ ਅਸਰ ਪਾਉਂਦੀ ਹੈ। ਖੇਤੀ ਦੇ ਕਾਨੂੰਨ ਉਹਨਾਂ ਨੇ ਹੁਣ ਵੀ ਤਾਜ਼ਾ ਬਿਆਨ ਆ ਗਿਆ ਉਹਨਾਂ ਦਾ ਵੀ ਅਸੀਂ ਦੁਬਾਰੇ ਲੈ ਕੇ ਆਵਾਂਗੇ। ਕਿਹੜੀ ਸ਼ਕਲ 'ਚ ਲਿਆਉਂਦੇ ਨੇ? ਪਹਿਲਾਂ ਸਿੱਧੀ ਸ਼ਕਲ 'ਚ ਲੈ ਆਏ, ਸਾਡੇ ਸਿਰ 'ਚ ਵੱਜੀ, ਅਸੀਂ ਭੱਜੇ ਗਏ ਦਿੱਲੀ ਨੂੰ, ਘੇਰ ਵੀ ਜਾ ਕੇ ਦਿੱਲੀ, ਤੇ ਸਾਲ ਭਰ ਕੁਰਬਾਨੀਆਂ ਦਿੱਤੀਆਂ, ਧੁੱਪ ਠੰਡ ਸਭ ਕੁਝ ਚੱਲਿਆ। ਝੱਲਣ ਤੋਂ ਬਾਅਦ ਅਸੀਂ ਉਹਨੂੰ ਪਿੱਛੇ ਮੋੜਿਆ, ਉਹਦਾ ਹੱਲਾ ਇੱਕ ਵਾਰੀ ਮੋੜਤਾ, ਕਿਉਂਕਿ ਉਹਨੇ ਸਿੱਧਾ ਸਾਡੇ ਤੇ ਹਮਲਾ ਕੀਤਾ। ਜੇ ਸਿੱਧਾ ਨਾ ਕਰਦਾ ਫਿਰ ਇੰਨੇ ਲੋਕ ਉੱਠਦੇ ਸੀਗੇ? ਪਹਿਲਾਂ ਯੂਨੀਅਨਾਂ ਨਾਲ ਇੰਨੇ ਜਾਂਦੇ ਸੀਗੇ? ਸਵਾਲ ਤਾਂ ਇਸ ਗੱਲ ਦਾ ਵੀ ਉਹਨਾਂ ਦਾ ਮਕਸਦ ਕੀ ਆ। ਉਹਨਾਂ ਦਾ ਮਕਸਦ ਜਿਵੇਂ ਨਸ਼ੇ ਵਾਲਾ, ਉਵੇਂ ਫਿਰਕਾ ਪ੍ਰਸਤੀ ਵਾਲਾ, ਹਰ ਤਰ੍ਹਾਂ ਦਾ ਉਹ ਜਨੂਨ ਸਾਡੇ ਦਿਮਾਗ ਨੂੰ ਚੜਾਉਣਾ। ਅਸੀਂ ਆਪਦੇ ਆਪ ਬਾਰੇ ਨਾ ਸੋਚ ਸਕੀਏ, ਅਸੀਂ ਡਰਦੇ ਰਹੀਏ, ਇੱਕ ਡਰ ਦੇ ਮਾਹੌਲ 'ਚ ਰਹੀਏ ਵੀ ਕਿਤੇ ਮਾਰੇ ਨਾ ਜਾਈਏ, ਕਿਤੇ ਗੁਆਂਢੀ ਸਾਡੇ ਨਾਲ ਗਲ ਵੱਢ ਦੇਵੇ। ਇਹ ਯਾਰ ਥੋੜਾ ਜਿਹਾ ਉੱਧਰ ਮੰਦਿਰ ਜੇ 'ਚ ਜਾਂਦਾ ਹੁੰਦਾ, ਇਹ ਜਾਂ ਉੱਧਰ ਡੇਰੇ ਜਾਂਦਾ, ਅਸੀਂ ਤਾਂ ਯਾਰ ਧਰਮ ਨੂੰ ਮੰਨਦੇ, ਅਸੀਂ ਤਾਂ ਗੁਰਦੁਆਰੇ ਜਾਂਦੇ ਆ। ਐਂ ਮਨੋ ਮਨੀ ਟਕਰਾ। ਖਬਰਾਂ ਹੀ ਆਈਆਂ ਉਦੋਂ, ਪਤਾ ਨਹੀਂ ਕਿਸੇ ਨੇ ਵੱਢਿਆ ਕਿ ਨਹੀਂ, ਖਬਰਾਂ ਆ ਗਈਆਂ ਵੀ ਪਾਕਿਸਤਾਨ 'ਚੋਂ ਗੱਡੀ ਭਰੀ ਹੋਈ ਆ ਗਈ, ਭਾਈ ਵੱਢ ਸਿੱਟੀ ਜਾਂਦੇ ਨੇ। ਇੱਧਰੋਂ ਫਿਰ ਉਹ ਗੱਡੀਆਂ ਵੱਢ ਜਾਣ ਲੱਗ ਗਈਆਂ। ਮਾਹੌਲ ਹੀ ਐਸਾ ਬਣਾ ਦਿੰਦੇ ਨੇ। ਜਿਹੜੀ ਐਸੇ ਮਾਮਲੇ ਹੁੰਦੇ ਨੇ ਜਦੋਂ ਹਾਕਮ ਜਿਨ੍ਹਾਂ ਕੋਲੇ ਸਾਰੇ ਸਾਧਨ ਨੇ, ਅਖਬਾਰ ਨੇ, ਟੈਲੀਵਿਜ਼ਨ ਨੇ, ਉਹ ਚੜਾਉਂਦੇ ਨੇ ਫਿਰ ਇਹਨਾਂ ਗੱਲਾਂ।
ਇਸ ਕਰਕੇ ਅੱਜ ਪੂਰਾ ਆਪਣੇ ਮੁਲਕ ਦੇ ਉੱਤੇ ਖਤਰਾ ਵੱਡਾ। ਮੁਲਕ ਨੂੰ ਬਚਾਉਣ ਦੀ ਗੱਲ ਆ ਜਦੋਂ, ਉਦੋਂ ਆਪਣੇ ਆਪ ਨੂੰ ਬਚਾਉਣ ਦਾ ਸਵਾਲ ਆ। ਤੁਸੀਂ ਇਹ ਕਦਮ ਚੱਕਿਆ ਸੰਘਰਸ਼ ਦਾ, ਇਹੀ ਇੱਕੋ ਇੱਕ ਰਾਹ, ਇਹ ਤੋਂ ਬਿਨਾਂ ਹੋਰ ਕੋਈ ਰਾਹ ਹੀ ਨਹੀਂ ਹੈ। ਟੂਣਾ ਟਾਮਣੇ ਦਾ ਕੋਈ ਨਹੀਂ। ਹਾਕਮਾਂ ਦੇ ਜੇ ਨੱਥ ਪਾਉਣੀ ਆ, ਜੇ ਆਪਦੀ ਪਗਾਉਣ ਲੱਗਣਾ, ਜਿਵੇਂ ਪਿਛਲੇ ਸਮੇਂ 'ਚ ਤੁਸੀਂ ਲੱਗੇ ਹੋ ਪਗਾਉਣ, ਕੋਈ ਐ ਨਹੀਂ ਵੀ ਹਾਕਮ ਬਹੁਤ ਤਕੜੇ ਨੇ। ਆਪਾਂ ਨੂੰ ਲੱਗਦਾ ਰਹਿੰਦਾ ਕਈ ਵਾਰੀ ਉਹਨਾਂ ਕੋਲੇ ਫੌਜ ਆ, ਪੁਲਿਸ ਆ, ਹੈਗਾ ਸਭ ਕੁਝ ਹੈਗਾ, ਸਾਰੇ ਕਾਸੇ ਦੀ ਵਰਤੋਂ ਕਰ ਲੈਂਦੇ ਨੇ। ਉਹ ਕੀਤੀ ਉਹਨਾਂ ਨੇ ਦਿੱਲੀ ਮੋਰਚੇ ਵੇਲੇ ਹਰ ਚੀਜ਼ ਦੀ ਕੀਤੀ, ਪੂੰਝਾਂ ਆਪਣੇ ਤੇ ਲਾਈਆਂ, ਦੋਸ਼ ਆਪਣੇ ਤੇ ਲਾਏ, ਤੂੰ ਤਾਂ ਲਾਈਆਂ ਉਹਨਾਂ ਨੇ। ਇਹ ਫਲਾਨੇ ਨੇ, ਇਹ ਢਿਮਕੇ ਨੇ, ਇਹ ਪੰਜਾਬੀ ਨੇ, ਇਹ ਸਿੱਖ ਨੇ, ਇਹ ਖਾਲਿਸਤਾਨੀ ਨੇ, ਇਹ ਮਾਓਵਾਦੀ ਨੇ, ਕੀ ਨਹੀਂ ਕਿਹਾ ਉਹਨਾਂ ਨੇ, ਹਰ ਚੀਜ਼ ਕਹੀ ਉਹਨਾਂ ਨੇ। ਤੇ ਆਲੇ ਦੁਆਲੇ ਕਿੱਲਾਂ ਗੱਡ, ਤਾਰਾਂ ਗੱਡ, ਕੰਧਾਂ ਗੱਡ, ਪੁਲਿਸ ਖੜਾ, ਸਭ ਕੁਝ ਕਰਕੇ ਦੇਖ ਲਿਆ ਉਹਨਾਂ ਨੇ। ਜਦੋਂ ਏਕਾ ਹੁੰਦਾ ਗਿਆ, ਹਰਿਆਣਾ ਤੇ ਪੰਜਾਬ ਜਿਹੜਾ 66 ਤੋਂ ਲੈ ਕੇ ਅੱਜ ਤੱਕ ਫਟੇ ਹੋਏ ਸੀ ਆਪਸ ਵਿੱਚ, ਕਿਉਂਕਿ 82 ਚ ਜਾ ਕੇ ਪਹਿਲਾਂ ਪਿੰਡਾਂ ਦਾ ਰੌਲਾ ਪਿਆ ਹੋਇਆ ਸੀ, ਚੰਦੂ ਖੇੜਾ ਕਰੂ ਨਵੇੜਿਆ ਦਾ, ਫਿਰ ਮੁੜ ਕੇ ਨਹਿਰ ਦਾ ਤਕੜਾ ਕੱਢਦਾ ਸੀ ਇਹਦਾ 82 ਚ ਆ ਕੇ ਵੀ ਲੈ ਵੀ ਹਰਿਆਣੇ ਤੇ ਪੰਜਾਬ ਨੂੰ ਪਾਣੀ ਨਾ, ਪਾਣੀ ਇੱਧਰੋਂ ਪੰਜਾਬ ਚੋਂ ਗਿਆ, ਇੱਥੇ ਭੋਰਾ ਨਹੀਂ ਗਿਆ ਪਾਣੀ, ਹਰਿਆਣੇ ਹੜ ਵੀ ਨਹੀਂ ਆਇਆ, ਨਾ ਹਰਿਆਣੇ ਚ ਬੂੰਦ ਗਈ, ਨਾ ਉੱਥੇ ਕਾਲ ਪਿਆ। ਪਾਣੀ ਦਾ ਮਸਲਾ ਹੀ ਨਹੀਂ, ਲੋਕਾਂ ਨੂੰ ਪਾੜਨ ਦਾ ਮਸਲਾ। ਇਸ ਕਰਕੇ 1982 ਤੋਂ ਐਸਾ ਤਕੜਾ ਕੱਢਿਆ ਸੀ। ਇਸ ਘੋੜ ਨੇ ਜਾ ਕੇ ਉਹ ਇਕੱਠੇ ਕਰਦੇ, ਛੋਟੇ ਵੱਡੇ ਭਰਾ ਬਣਾ ਕੇ ਬਿਠਾਤੇ ਦਿੱਲੀ ਦੇ ਬਾਰਡਰਾਂ ਤੇ। ਇਹ ਬਹੁਤ ਚੁਭਦੀ ਸੀ ਹਾਕਮਾਂ ਨੂੰ, ਇਹ ਸਭ ਤੋਂ ਵੱਡੀ ਸੱਟ ਸੀ ਉਹਦੇ ਵਾਸਤੇ। ਮੁਜ਼ੱਫਰਨਗਰ ਦੇ ਵਿੱਚ 2013 ਚ ਉਹਨੇ ਕਤਲ ਕਰਾਏ ਮੁਸਲਮਾਨਾਂ ਦੇ। ਹੁਣ ਉੱਥੇ ਜਾ ਕੇ ਮੁਜ਼ੱਫਰਨਗਰ ਦੇ ਵਿੱਚ ਜਿਹੜੇ ਹਿੰਦੂ ਕਿਸਾਨ ਸੀ ਯੂਪੀ ਦੇ, ਉਹਨਾਂ ਨੇ ਮਾਫੀ ਮੰਗੀ, ਯਾਰ ਅਸੀਂ ਤੁਹਾਡੇ ਨਾਲ ਨਹੀਂ ਖੜ ਸਕੇ ਉਦੋਂ, ਸਾਥੋਂ ਗਲਤੀ ਹੋ ਗਈ, ਸਾਨੂੰ ਮਾਫ ਕਰੋ। ਆਓ ਹੁਣ ਸਾਂਝੇ ਘੋੜ 'ਚ ਆਏ, ਮੁਜ਼ੱਫਰਨਗਰ 'ਚ ਬਹੁਤ ਵੱਡਾ ਇਕੱਠ ਹੋਇਆ, ਕਹਿੰਦੇ ਸੀ ਉਦੋਂ ਵੀ 5 ਲੱਖ ਦਾ ਹੋਇਆ। ਉੱਥੇ ਨਾਅਰੇ ਲੱਗੇ, ਅੱਲਾਹੂ ਅਕਬਰ ਦਾ ਲੱਗਿਆ, ਜੈ ਸ਼੍ਰੀ ਰਾਮ ਦਾ ਵੀ ਲੱਗਿਆ, ਵਾਹਿਗੁਰੂ ਜੀ ਕਾ ਖਾਲਸਾ ਵੀ ਗੂੰਜਿਆ ਉੱਥੇ। ਇਹ ਨਾਅਰੇ ਲੱਗਣ ਨਾਲ ਮੋਦੀ ਤੇ ਵੱਡੀ ਸੱਟ ਪਈ, ਸਰਕਾਰ ਤੇ ਵੱਡੀ ਸੱਟ ਪਈ ਵੀ ਜਿਹੜੀ ਚੀਜ਼ ਆਸਰੇ ਅਸੀਂ ਸਰਕਾਰਾਂ ਬਣਾਉਂਦੇ ਆ, ਕਿਉਂਕਿ ਸਰਕਾਰ ਕੋਲੇ ਹੋਰ ਕੁਝ ਨਹੀਂ। ਇੱਥੋਂ ਵਾਲੇ ਨੇ ਤਾਂ, ਕੈਪਟਨ ਨੇ ਤਾਂ ਉਦੋਂ ਥੋੜੀ ਜਿਹੀ ਬੇਸ਼ਰਮੀ ਧਾਰੀ ਸੀ, ਉਹਨੇ ਚੱਕ ਕੇ ਹੱਥ ਹੁੱਥ ਧੋ ਕੇ ਲੋਕਾਂ ਦੇ ਸਾਹਮਣੇ ਗੁਟਕਾ ਸਾਹਿਬ ਲੈ ਗਿਆ ਸੀ। ਉਹਦੇ ਆਸਰੇ ਸਹੁੰ ਖਾ ਲਈ ਵੀ ਮੈਂ ਨਸ਼ਾ ਵੀ ਬੰਦ ਕਰੂੰ, ਮੈਂ ਰੁਜ਼ਗਾਰ ਵੀ ਦਊਂ, ਘਰ ਘਰ ਮੈਂ ਆ ਵੀ ਕਰੂੰ, ਮੈਂ ਆ ਕਰੂੰ। ਅਸੀਂ ਲੋਕ ਜੁੜੇ ਹੁੰਦੇ ਆ ਧਰਮਾਂ ਨਾਲ ਬਹੁਤ ਸਾਰੇ, ਅਸੀਂ ਫਿਰ ਉੱਧਰ ਨੂੰ ਉਲਟਦੇ ਆ ਵੀ ਅੱਛਾ ਜੀ ਐਡੀ ਗੱਲ ਆ, ਫਿਰ ਇਹਨੂੰ ਤਾਂ ਸਹੁੰ ਹੀ ਖਾ ਲਈ, ਹੁਣ ਰਹਿ ਕੀ ਗਿਆ, ਚਲੋ ਫਿਰ ਇਹਨੂੰ ਪਾਓ ਵੋਟ। ਉਹਨਾਂ ਦੇ ਖਿਲਾਫ ਔਕਸੀ ਪਹਿਲਿਆਂ ਦੇ, ਉਹਨੂੰ ਵੋਟ ਪੈ ਗਈ, ਉਹ ਮੁੱਖ ਮੰਤਰੀ ਬਣ ਗਿਆ। ਕੀਤਾ ਉਹਨੇ ਕੁਛ ਨਹੀਂ ਹੈਗਾ, 4.5 ਸਾਲ ਰਿਹਾ ਉਹ, 5 ਮਹੀਨਿਆਂ 'ਚ ਮਗਰੋਂ ਕੁਛ ਬਦਲੀ ਕਰਤੀ, ਕੀਤਾ ਕਿਸੇ ਨੇ ਕੁਛ ਨਹੀਂ। ਪਰ ਉਹਨਾਂ ਨੇ ਇਹ ਕੰਮ ਕੀਤਾ, ਸਾਡੀ ਵਰਤੋਂ ਕੀਤੀ, ਸਾਡੇ ਧਰਮ ਦੀ ਵਰਤੋਂ ਕੀਤੀ। ਇਸ ਗੱਲ 'ਚ ਇਹ ਬੇਅਦਬੀ ਆ, ਵੈਸੇ ਹੀ ਕੱਲੀ ਬਰਗਾੜੀ ਵਾਲੀ ਬੇਅਦਬੀ ਨਹੀਂ, ਬੇਅਦਬੀ ਇਹ ਵੀ ਆ ਜਿਹੜੀ ਕੈਪਟਨ ਨੇ ਉੱਥੇ ਸਾਰਿਆਂ ਦੇ ਸਾਹਮਣੇ ਸਹੁੰ ਚੱਕ ਕੇ ਮਗਰੋਂ ਮੁੱਕਰਿਆ, ਇਹ ਵੀ ਬੇਅਦਬੀ ਆ। ਇਸ ਕਰਕੇ ਉਹਨਾਂ ਦਾ ਤਾਂ ਇਹ ਕੰਮ ਆ, ਤੇ ਮੋਦੀ ਉਹਨਾਂ ਦਾ ਇਹ ਕੰਮ ਆ ਵੀ ਪ੍ਰਚਾਰ ਕਰੋ, ਨਫ਼ਰਤ ਫੈਲਾਓ, ਟਕਰਾਅ ਬਣਾਓ, ਇੱਕ ਦੂਜੇ ਦਾ ਵੱਡਾ ਟੁੱਟੀ ਕਰਾਓ, ਫੇਰ ਵੋਟਾਂ ਮਿਲਦੀਆਂ। ਤੇ ਉਹਦਾ ਤਜਰਬਾ ਹੈ 2019 ਦੀਆਂ ਚੋਣਾਂ 'ਚ ਬਹੁਤ ਇਹ ਗੱਲ ਸਾਫ਼ ਸੀ ਕਿ ਮੋਦੀ ਇਸ ਵਾਰੀ ਡਾਊਨ, ਮੋਦੀ ਨੂੰ ਉਨੀਆਂ ਵੋਟਾਂ ਨਹੀਂ ਪਈਆਂ। ਪੁਲਵਾਮਾ ਦੇ ਵਿੱਚ ਐਸਾ ਹਮਲਾ ਹੋਇਆ, ਉਹਨੂੰ ਹੋਇਆ ਕਹੀਏ, ਉਹਨੂੰ ਕਰਾਇਆ ਕਹੀਏ, ਇਹ ਜੇ ਆਪਾਂ ਛੋਟੇ ਆ ਬਾਹਲਾ ਕੁਝ ਕਹਿ ਨਹੀਂ ਸਕਦੇ। ਪਰ ਇਹ ਕਿਸੇ ਨੂੰ ਕਿਵੇਂ ਪਤਾ ਵੀ ਜੇ ਆ ਬਰੂਦ ਵਾਲੀ ਕਾਰ ਐਸ ਗੱਡੀ 'ਚ ਵੱਜੂ ਤਾਂ ਹੀ ਇਹ ਬਣੂਗੀ ਗੱਲ। ਜੇ ਵਿਸ਼ੇਸ਼ ਗੱਡੀ ਆ ਉਹਨਾਂ ਦੀ, ਉਹਦੇ 'ਚ ਇੱਕ ਵਿਸ਼ੇਸ਼ ਕਾਰ ਵੱਜਦੀ ਆ ਬਰੂਦ ਦੀ ਭਰੀ ਹੋਈ, ਇਹਦਾ ਮਤਲਬ ਕੋਈ ਜਾਣਕਾਰੀ ਵਿੱਚ ਹੈਗੀ ਆ। ਚਲੋ ਉਹ ਹਮਲਾ ਹੋਇਆ, ਉਸ ਹਮਲੇ ਨੇ ਸਾਰੇ ਹਿੰਦੂ ਧਰਮ ਦੇ ਅੰਦਰ ਵੀ ਇਹ ਤਾਂ ਜੀ ਕਸ਼ਮੀਰੀਆਂ ਨੇ ਕਰਤਾ, ਤਾਂ ਮੁਸਲਮਾਨਾਂ ਨੇ ਕਰਤਾ, ਤਾਂ ਮੋਦੀ ਨੂੰ ਮਾਰਨ ਦੀ ਸਕੀਮ ਐ ਬਣਾ ਕੇ ਮਾਹੌਲ 2019 ਚ ਪਹਿਲਾਂ ਨਾਲੋਂ ਵੀ ਵੱਧ ਵੋਟਾਂ ਲੈ ਗਿਆ ਉਹ। ਜੇ ਉਹਨਾਂ ਨੂੰ ਪਤਾ ਵੀ ਇਹ ਤਜਰਬਾ ਸਾਡੇ ਹੱਥ 'ਚ ਹੈ, ਇਸ ਕਰਕੇ ਉਹਨਾਂ ਨੇ ਇਹੀ ਤਜਰਬੇ ਨੂੰ ਬਾਰ-ਬਾਰ ਲੈ ਕੇ ਆਉਣਾ, ਹਰ ਥਾਂ ਤੇ ਲੈ ਕੇ ਆਉਣਾ। ਜਿੱਥੇ ਮੁਸਲਮਾਨਾਂ ਨਾਲ ਟਕਰਾਅ ਬਣਦਾ ਮੁਸਲਮਾਨਾਂ ਨਾਲ ਬਣਾ ਲਓ, ਜਿੱਥੇ ਈਸਾਈਆਂ ਨਾਲ ਟਕਰਾਅ ਬਣਦਾ ਈਸਾਈਆਂ ਨਾਲ ਬਣਾ ਲਓ, ਜਿੱਥੇ ਸਿੱਖਾਂ ਨਾਲ ਬਣੂਗਾ ਤੇ ਸਿੱਖਾਂ ਨਾਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ। ਕਿਉਂਕਿ ਮੋਹਨ ਭਗਵਤ ਤਾਂ ਬੋਲਦਾ ਹੀ ਇੱਥੋਂ ਆ ਵੀ ਹੈ ਹੀ ਨਹੀਂ ਹੋਰ ਕੋਈ ਧਰਮ, ਸਾਰੇ ਹਿੰਦੂ ਧਰਮ ਚੋਂ ਨਿਕਲੇ ਧਰਮ ਨੇ, ਉਹ ਤਾਂ ਇੱਥੋਂ ਬੋਲਦਾ ਸ਼ੁਰੂ ਕਰਦਾ, ਕੋਈ ਧਰਮ ਨਹੀਂ। ਇਸ ਕਰਕੇ ਉਹਨਾਂ ਦੇ ਹੱਥ 'ਚ ਨੇ ਤੇ ਉਹ ਇਹ ਪਾਟਕ ਪਾਉ ਚੀਜ਼ਾਂ ਲੈ ਕੇ ਆਉਂਦੇ ਨੇ। ਨਸ਼ਾ ਤੇ ਫਿਰਕਾ ਪ੍ਰਸਤੀ ਸਾਡੇ ਵਾਸਤੇ ਦੋਵੇਂ ਖਤਰਨਾਕ ਨੇ। ਇਸ ਕਰਕੇ ਜਦੋਂ ਹੀ ਆਪਾਂ ਇਹ ਗੱਲਾਂ ਕਰਨ ਲੱਗਦੇ ਆ, ਉਦੋਂ ਇਸ ਗੱਲ ਦੀ ਲੋੜ ਪੈਂਦੀ ਆ ਵੀ ਜਿਹੜੇ ਇਸ ਮੌਕੇ ਸੂਝਵਾਨ ਲੋਕ ਨੇ, ਜਿਹੜੇ ਇਸ ਮੌਕੇ ਸਭ ਤੋਂ ਵੱਧ ਪੀੜਤ ਨੇ,
ਦੇਖੋ ਨਸ਼ੇ ਦੇ ਮਾਮਲੇ 'ਚ ਸਭ ਤੋਂ ਵੱਧ ਪੀੜਤ ਸਾਡੀਆਂ ਮਾਵਾਂ ਤੇ ਸਾਡੀਆਂ ਭੈਣਾਂ, ਸਾਡੀਆਂ ਧੀਆਂ ਸਭ ਤੋਂ ਵੱਧ ਪੀੜਤ। ਕਈ ਵਾਰੀ ਛੋਟੀ ਉਮਰ 'ਚ ਕੋਈ ਮੁੰਡਾ ਲੱਗ ਗਿਆ ਨਸ਼ੇ ਨਾਲ, ਘਰਦਿਆਂ ਨੂੰ ਲੱਗਦਾ ਰਹਿੰਦਾ ਕਿ ਸ਼ਾਇਦ ਜੇ ਵਿਆਹ ਕਰ ਦਈਏ ਹਟ ਜੂ, ਇੱਕ ਹੋਰ ਨਾਲ ਜੀ ਨੂੰ ਜੋੜ ਲੈਂਦੇ ਆ ਉਸ ਕੰਮ 'ਚ, ਪਰ ਉਹਦਾ ਕੋਈ ਦਖਲ ਨਹੀਂ ਹੁੰਦਾ। ਉਹ ਨਸ਼ਾ ਕਰਦਾ ਰਹਿੰਦਾ, ਕੁੱਟਮਾਰ ਵੀ ਕਰਦਾ ਰਹਿੰਦਾ ਤੇ ਹੋ ਸਕਦਾ ਇਦੂ ਗਾਂ ਵੱਢ ਟੁੱਕ ਵੀ ਕਰ ਦੇਵੇ। ਬਰੀ ਵਾਲਾ ਪਿੰਡ ਆ ਕੋਟਕਪੂਰੇ ਦੇ ਨਾਲ ਹੀ ਆ, ਤੁਹਾਡੇ ਰਾਮਨ ਨਿਵਾਸ ਦੀ ਕੁੜੀ ਵਿਆਹੀ ਸੀ ਉੱਥੇ, ਕਿਸੇ ਪੁਲਿਸ ਅਫਸਰ ਦੀ ਕੁੜੀ ਸੀ। ਮੁੰਡਾ ਸ਼ੁਰੂ ਤੋਂ ਨਸ਼ਾ ਕਰਦਾ, ਨਹੀਂ ਪਤਾ ਲੱਗਿਆ ਕੁੜੀ ਵਾਲਿਆਂ ਨੂੰ ਕਿੰਨੀ ਕੁ ਕੋਈ ਦਰਿਆਫਤ ਕਰ ਲਈ ਹੋਊ, ਬਥੇਰੀ ਕੀਤੀ ਹੋਊ ਉਹਨਾਂ ਨੇ, ਪਰ ਨਹੀਂ ਪਤਾ ਲੱਗਿਆ। ਨਸ਼ਾ ਕਰਦਾ, ਉਹਨੂੰ ਕੁੱਟਦਾ, ਪੇਕੇ ਭੇਜ ਦਿੰਦਾ, ਕੁੱਟਦਾ ਮਾਰਦਾ, ਉਹ ਰੌਲਾ ਪੈਂਦਾ, ਰੋਣ ਪਿੱਟਣ ਪੰਚਾਇਤਾਂ ਹੁੰਦੀਆਂ, ਹੋ ਹੀ ਗਿਆ ਸਭ ਕੁਝ। ਅਖੀਰ ਜਿਹੜਾ ਸਮਾਜ ਆ, ਸਮਾਜ ਦੇ ਹਿਸਾਬ ਨਾਲ ਮਾਪਿਆਂ ਨੂੰ ਹੁੰਦਾ ਯਾਰ ਹੁਣ ਕੀ ਕਰੀਏ। ਅਖੀਰ ਉਹਨੇ ਆਹ 15 ਦਿਨ ਪਹਿਲਾਂ, ਤੁਸੀਂ ਵੀ ਅਖਬਾਰ 'ਚ ਫੋਟੋ ਦੇਖੀ ਹੋਣੀ ਆ, ਮੈਂ ਵੀ ਦੇਖੀ, ਤੇ ਉਹਨੇ ਕੁਹਾੜੀ ਨਾਲ ਸੁਬਾਹ 3:30 ਵਜੇ ਖਾ ਕੇ, ਮੁੰਡਾ ਉਹਦਾ 15 ਸਾਲਾਂ ਦਾ, ਉਹ ਵੱਖਰੇ ਕਮਰੇ 'ਚ ਪਿਆ ਤੇ ਆਪ ਨਸ਼ੇ ਦੀ ਲੋੜ 'ਚ ਆਏ ਹੋਏ ਨੇ। 3:30 ਵਜੇ ਉਹਦਾ ਗਲ ਵੜ ਕੁਹਾੜੀ। ਐ ਵੀ ਔਰਤ ਪੀੜਤ ਆ। ਜੇ ਫਿਰ ਆਪ ਮਰ ਜੇ ਫਿਰ ਤੁਹਾਨੂੰ ਪਤਾ ਸਮਾਜ 'ਚ ਡੇਪਾ ਕੱਟਣਾ ਕਿੰਨਾ ਔਖਾ, ਜਾਣੀ ਇਹ ਜ਼ਿੰਦਗੀ ਕਿਵੇਂ ਲੰਘਦੀ ਆ ਸਾਰੀ ਉਮਰ। ਇਸ ਕਰਕੇ ਇਹ ਸਭ ਤੋਂ ਵੱਧ ਪੀੜਤ ਹਿੱਸੇ ਨੇ। ਇਹਨਾਂ ਹਿੱਸਿਆਂ ਨੂੰ ਜਿੰਨਾ ਵੀ ਲਾਮਬੰਦ ਕਰ ਲਾਂਗੇ, ਸਾਡੇ ਭਰਾ ਵੀ ਕਰਨ, ਖੁਦ ਭੈਣਾਂ ਵੀ ਇਸ ਗੱਲ 'ਚ ਲੱਗਣ ਵੀ ਭੈਣਾਂ ਨੂੰ, ਮਾਵਾਂ ਨੂੰ, ਧੀਆਂ ਨੂੰ ਵੱਧ ਤੋਂ ਵੱਧ ਇਸ ਗੱਲ ਵਾਸਤੇ ਤਿਆਰ ਕਰੀਏ। ਉਹ ਇਹਦੇ ਖਿਲਾਫ ਬੋਲਣ, ਇਹਦੇ ਖਿਲਾਫ ਆਉਣ ਮੈਦਾਨ 'ਚ, ਜਿੱਥੇ ਵੀ ਕਿਤੇ ਆਇਆ ਜਾ ਸਕਦਾ, ਜਿਵੇਂ ਵੀ ਆਇਆ ਜਾ ਸਕਦਾ। ਜੇ ਆਪਾਂ, ਤੁਹਾਨੂੰ ਯਾਦ ਹੋਊ ਜਦੋਂ ਖੇਤੀ ਕਾਨੂੰਨ ਦੇ ਖਿਲਾਫ ਸ਼ੁਰੂ ਹੋਏ ਘੋਲ, ਕਿਸਾਨ ਜਥੇਬੰਦੀ ਨੇ ਪਿੰਡ ਧਰਨੇ ਲਾਏ, ਪਿੰਡਾਂ ਤੇ ਨਾਕੇ ਲਾਏ। ਉਦੋਂ ਕਿਸਾਨ ਜਥੇਬੰਦੀ ਦੇ ਸੂਬਾ ਕੋਕਰੀ ਦਾ ਬਿਆਨ ਲੱਗਿਆ ਵੀ ਅਸੀਂ 1.25 ਲੱਖ ਲੋਕਾਂ ਤੱਕ ਆਪਣੀ ਗੱਲ ਲੈ, 1.25 ਲੱਖ ਲੋਕਾਂ ਤੱਕ, 600 ਪਿੰਡਾਂ ਤੱਕ ਲੈ। ਉਹ ਤਰੀਕਾ ਅਪਣਾਉਣ ਵਾਲਾ ਹੁਣ ਵੀ ਘਰ ਘਰ ਜਾ ਕੇ ਬਹਿ ਕੇ ਗੱਲ ਕਰਨ ਵਾਲੀ ਆ, ਕੁਛ ਨੂੰ ਤਾਂ ਐਂ ਹਟਾਉਣ ਵਾਲਾ। ਇਹ ਮਾਮਲਾ ਅਜੇ ਇਹੋ ਜਿਹਾ ਨਹੀਂ ਹੈਗਾ ਕਿ ਆਪਾਂ ਕਿਸੇ ਨੂੰ ਜ਼ੋਰ ਜ਼ਬਰ ਨਾਲ ਹਟਾ ਲਾਂਗੇ। ਇਹ ਠੀਕ ਆ, ਜਿਹੜੇ ਤਸਕਰ ਆਉਂਦੇ ਨੇ ਤੁਹਾਡੀ ਲਿਸਟ 'ਚ ਨੇ, ਤੁਸੀਂ ਫੜਦੇ ਹੋ, ਫੜਾ ਦਿੰਦੇ ਹੋ, ਉਹ ਛੁੱਟ ਕੇ ਆ ਜਾਂਦੇ ਨੇ, ਸਗੋਂ ਹੋਰ ਤੇਜ਼ੀ ਨਾਲ ਕਰਨ ਲੱਗ ਜਾਂਦੇ। ਇਹ ਦਬਾਅ ਬਣਾਉਣ ਵਾਲਾ, ਤੁਹਾਡੀ ਮੰਗ ਇਹ ਵੀ ਬਣਾਉਣ ਵਾਲੀ ਆ ਵੀ ਛੱਡਣ ਤੋਂ ਪਹਿਲਾਂ, ਕੇਸ ਦਰਜ ਕਰਨ ਤੋਂ ਪਹਿਲਾਂ ਕੋਈ ਪੁੱਛਗਿੱਛ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ। ਪਿੰਡ ਦੀ ਸੱਥ 'ਚ ਬਹਿ ਕੇ ਜਿਹਨੂੰ ਕਹਿਣਾ ਹੋਵੇ ਵੀ ਲੋਕਾਂ ਦਾ ਰਾਜ ਕਿਹੋ ਜਿਹਾ ਹੋਊ, ਪਾਰਦਰਸ਼ੀ ਹੋਣਾ ਚਾਹੀਦਾ। ਪਾਰਦਰਸ਼ਤਾ ਤਾਂ ਇਹੀ ਹੁੰਦੀ ਆ ਵੀ ਠੀਕ ਆ, ਪਿੰਡ ਆ ਬੈਠਾ, ਇੱਥੇ ਪੁੱਛਗਿੱਛ ਚੱਲਦੀ ਆ ਸਾਰਿਆਂ ਦੇ ਸਾਹਮਣੇ ਵੀ ਭਾਈ ਤੈਨੂੰ ਕਿੱਥੋਂ ਆਉਂਦਾ, ਕੌਣ ਦਿੰਦਾ, ਕਿੱਥੋਂ ਲਿਆਉਣਾ ਤੂੰ। ਜੇ ਪੁੱਛਗਿੱਛ ਹੋਊਗੀ, ਪਿੱਛੇ ਨੂੰ ਚੱਲਾਂਗੇ, ਫੇਰ ਹੀ ਪਤਾ ਲੱਗੂ। ਟੇਵੇ ਤਾਂ ਆਪਾਂ ਸਾਰੇ ਹੀ ਲਾਵਾਂਗੇ ਵੀ ਫਲਾਨੇ ਥਾਂ ਤੋਂ ਆਉਂਦਾ, ਇਹ ਫਲਾਨੇ ਥਾਂ ਤੋਂ ਦਾ। ਕਹਿਣ ਦੀ ਹਾਲਤ ਤਾਂ ਉਹਦੀ ਹੋਵਾਂਗੇ ਜਦੋਂ ਅਗਲਾ ਆਪਦੇ ਮੂੰਹੋਂ ਕੁਝ ਕਹੂਗਾ। ਉਹ ਕਹਾਉਣ ਵਾਸਤੇ ਕੁਝ ਲੜਾਈ ਨੂੰ ਇਹੋ ਜਿਹਾ ਕੁਝ ਵਧਾਉਣਾ ਪਊ ਅੱਗੇ ਵੀ ਕਿਵੇਂ ਵਧੇ। ਇਹ ਤਾਂ ਹੈਗਾ, ਦੇਖੋ ਤੁਸੀਂ ਸੋਚਣਾ ਐਂ ਧਰਨੇ ਮਾਰ ਕੇ ਵਧੂ, ਮੀਟਿੰਗਾਂ ਕਰਕੇ ਵਧੂ, ਇੱਥੇ ਧਰਨਾ ਮਾਰਨਾ ਕਿ ਗਾਹਾਂ ਮਾਰਨਾ ਤਾਂ ਤੁਹਾਡੇ ਹੱਥਾਂ। ਅਸੀਂ ਤਾਂ ਆਪਣਾ ਫਰਜ਼ ਨਿਭਾਉਣਾ ਆ, ਅਸੀਂ ਕੋਈ ਹਮਾਇਤ ਕਰਨ ਨਹੀਂ ਆਏ। ਅਸੀਂ ਹਮਾਇਤ ਜੋਗੇ ਹੈ ਹੀ ਨਹੀਂ ਗੇ, ਅਸੀਂ ਆਪ ਬਹੁਤ ਥੋੜੇ ਆ। ਅਸੀਂ ਕੀ ਹਮਾਇਤ ਕਰ ਦਾਂਗੇ ਤੁਹਾਡੀ ਐਡੇ ਵੱਡੇ ਪਿੰਡ ਦੀ ਤੇ ਐਡੀ ਵੱਡੀ ਜਥੇਬੰਦੀਆਂ ਦੀ। ਇਹ ਤਾਂ ਆਪਣੀ ਹਾਜ਼ਰੀ ਹੈ, ਸਾਡਾ ਫਰਜ਼ ਸੀ। ਜਿੱਥੇ ਕੋਈ ਲੋਕ ਇਹਦੇ ਖਿਲਾਫ ਆਵਾਜ਼ ਉਠਾਉਂਦੇ ਨੇ, ਜਿੱਥੇ ਲੋਕ ਆਪਦੇ ਏਕੇ ਦੀ ਗੱਲ ਕਰਦੇ ਨੇ, ਜਿੱਥੇ ਲੋਕ ਸੰਘਰਸ਼ ਦੀ ਗੱਲ ਕਰਦੇ ਨੇ, ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਜਾਈਏ। ਅਸੀਂ ਇਸੇ ਕੰਮ ਵਾਸਤੇ ਲੱਗੇ ਹੋਏ, ਇਸੇ ਕੰਮ ਵਾਸਤੇ ਨੌਕਰੀ ਛੱਡ ਕੇ, ਮੈਨੂੰ ਹੋ ਗਏ 10-12 ਸਾਲ ਹੋ ਗਏ ਇਸ ਕੰਮ 'ਚ ਲੱਗੇ ਹੁਣ ਨੌਕਰੀ ਛੱਡ ਕੇ। ਪਹਿਲਾਂ ਵੀ ਬਹੁਤੇ ਤੁਹਾਡੇ ਪਿੰਡ ਵਾਲੇ ਜਾਣਦੇ ਹੋਣਗੇ, ਭੁੱਲੇ ਹੋਣਗੇ, ਬਹੁਤ ਬੜਾ ਇਹੀ ਪਿੰਡ ਵਾਂਗੂ ਹੀ ਹੁੰਦਾ ਸੀ ਸਾਡਾ। ਨੱਥਾ ਸਿੰਘ ਇੱਥੋਂ ਦਾ ਹੀ ਸੀਗਾ। ਨੱਥਾ ਸਿੰਘ ਨਾਲ ਸਾਡੀ ਸ਼ੁਰੂ ਤੋਂ ਜਦੋਂ ਤੋਂ ਉਹ ਯੂਨੀਅਨ 'ਚ ਆਉਣ ਲੱਗਿਆ, ਉਦੋਂ ਦੀ ਅਸੀਂ ਯੂਨੀਅਨ 'ਚ ਆਉਣ ਲੱਗੇ। ਲੱਖੋਵਾਲ ਦੀ ਯੂਨੀਅਨ ਹੁੰਦੀ ਸੀ, ਉਦੋਂ ਨੱਥਾ ਵੀ ਗਿਆ, ਜਦੋਂ ਝੰਡਾ ਵੀ ਗਿਆ ਸੀ, ਉਦੋਂ ਮੈਂ ਵੀ ਗਿਆ। ਗੁਰੂ ਸਰੀ ਇਕੱਠ ਕੀਤਾ ਸੀ ਉਹਨੇ ਆ ਕੇ ਲੱਖੋਵਾਲ। ਇਸ ਕਰਕੇ ਸ਼ੁਰੂ ਦਾ ਹੀ ਮਾਹੌਲ ਹੈ। ਤਾਂ ਪਰ ਸਵਾਲ ਇਸ ਗੱਲ ਦਾ ਵੀ ਆਪਾਂ ਲੜਾਈ ਦਾ ਤੁਸੀਂ ਫੈਸਲਾ ਕਰਨਾ। ਸਾਡੇ ਵਰਗੇ ਲੋਕ ਤਾਂ ਅਸੀਂ ਆ ਕੇ ਕੱਲ ਨੂੰ ਕੋਈ ਹੋਰ ਆ ਜੂ, ਇਹ ਤਾਂ ਆਉਂਦੇ ਰਹਾਂਗੇ ਹਮਾਇਤ ਤੇ, ਅਸੀਂ ਵੀ ਤੁਹਾਡੇ ਨਾਲ ਹੀ ਆ। ਪਰ ਸਵਾਲ ਇਸ ਗੱਲ ਦਾ ਵੀ ਇਹ ਕਹਿੰਦੇ ਕੀ ਆ ਆਪਾਂ ਸੀਮਤ ਨਾ ਰਹੀਏ ਪਿੰਡ ਤੱਕ ਹੀ, ਇਹਨੂੰ ਗੱਲ ਨੂੰ ਵਧਾਈਏ, ਇਹਨੂੰ ਇਸ ਤਰ੍ਹਾਂ ਵਧਾਈਏ ਕਿ ਇੱਥੇ ਸਾਡੇ ਸਾਹਮਣੇ ਚਾਹੇ ਥਾਣੇ 'ਚ ਕਰ ਲੈਣ, ਆਪਣਾ ਵੀ ਇੱਕ ਡੈਲੀਗੇਟ ਸਾਹਮਣੇ ਬੈਠਾ ਹੋ, ਪੁੱਛ ਕੇ ਅਸੀਂ ਕਰਨ, ਪਾਰਦਰਸ਼ੀ ਤਰੀਕੇ ਨਾਲ ਪੁੱਛ ਦੱਸ ਕਰਨ, ਨਿਕਲ ਆਊਗਾ ਲਾ। ਤੁਸੀਂ ਵੀ ਕੁਛ ਅੰਧਾ ਲਾਓਗੇ ਉਹਦੇ 'ਚ, ਕੁਛ ਉਹ ਵੀ ਲਾਉਣਗੇ, ਨਿਕਲ ਆਊਗਾ।
ਜਿੰਨਾ ਚਿਰ ਉਹ ਨਹੀਂ ਨਿਕਲਦਾ ਉਹਨਾਂ ਚਿਰ ਰੋਕ ਕਿਵੇਂ ਬਣੂ? ਰੋਕ ਉੱਥੋਂ ਬਣਨੀ ਆ ਜਿੱਥੋਂ ਗੱਲ ਨੇ ਸ਼ੁਰੂ ਹੁੰਦੀ ਆ। ਇਸ ਕਰਕੇ ਕੁਝ ਚੀਜ਼ਾਂ ਇਹੋ ਜਿਹੀਆਂ ਜੋੜਨ ਦਾ ਸਵਾਲ ਆ, ਘਰ ਘਰ ਸਮਝਾਉਣ ਦਾ ਸਵਾਲ ਆ ਵੀ ਇਹ ਆਪਣਾ ਨੁਕਸਾਨ ਕਿੰਨਾ ਕਰਦੇ ਨੇ। ਤੁਹਾਡਾ ਘਰ ਦਾ ਹੀ ਨਹੀਂ ਕਰਦੇ, ਤੁਹਾਡਾ ਇਕੱਲੇ ਮੁੰਡੇ ਦਾ ਹੀ ਨਹੀਂ ਕਰਦੇ, ਤੁਹਾਡੇ ਸਾਰੇ ਪਰਿਵਾਰ ਦਾ ਕਰਦੇ ਨੇ। ਸਾਰਾ ਪਰਿਵਾਰ, ਸਾਰੇ ਪਿੰਡ ਦਾ ਨੁਕਸਾਨ ਹੋ ਰਿਹਾ, ਸਾਰੇ ਸਮਾਜ ਦਾ ਨੁਕਸਾਨ ਹੋ ਰਿਹਾ। ਕੁਛ ਚੀਜ਼ਾਂ ਆਪਾਂ ਨੂੰ ਮੈਂਟਲ ਐਕਸਰਸਾਈਜ਼ ਕਰਨੀਆਂ ਵੀ ਆਉਣੀਆਂ ਚਾਹੀਦੀਆਂ ਨੇ। ਇਕੱਲਾ ਆਪਾਂ ਸਰੀਰਕ ਜੋੜ ਤੇ ਨਾ ਰਹੀਏ। ਪੰਜਾਬ 'ਚ ਖਾਸੀਅਤ ਆ ਬਹੁਤ ਜ਼ਿਆਦਾ ਵੀ ਅਸੀਂ ਬਹੁਤ ਲੜਾਕੇ ਆ, ਅਸੀਂ ਤਾਂ ਬਹੁਤ ਲੜਦੇ ਆ, ਸਾਡਾ ਤਾਂ ਵਿਰਸਾ ਹੀ ਬਹੁਤ ਆ। ਇਤਿਹਾਸ ਦਾ ਕੋਈ ਵਰਕਾ ਚੱਕ ਲਓ, ਇੱਥੇ ਘੋੜਿਆਂ ਦੀਆਂ ਕਾਠੀਆਂ ਤੇ ਰਹਿਣ ਵਾਲੇ ਆ, ਕਾਬਲ ਦੇ ਜੰਮਿਆਂ ਨੂੰ ਨਿੱਤ ਮਹਿਮਾਂ ਨੇ। ਪਰ ਵੀ ਥੋੜਾ ਆਪਾਂ ਹੋਰਾਂ ਸੂਬਿਆਂ ਦੇ ਲੋਕਾਂ ਵਾਂਗੂ ਸਿਰ ਵੀ ਲਾਉਣ ਲੱਗੀਏ, ਦਿਮਾਗ ਵੀ ਲਾਉਣ ਲੱਗੀਏ, ਇਹਨੂੰ ਸਮਝੀਏ ਗੱਲ ਨੂੰ, ਤੇ ਇਹਨੂੰ ਸਮਝ ਕੇ ਇੱਧਰ ਨੂੰ ਜਾ ਸਕਦੇ। ਸਿਆਸਤਦਾਨਾਂ ਤੋਂ ਜਿੰਨਾ ਵੀ ਬਚਾ ਲਓਗੇ ਤੁਹਾਡੀ ਲੜਾਈ, ਤੁਹਾਡੀ ਗੱਲ ਨੂੰ, ਤੁਸੀਂ ਬਚੇ ਰਹੋ। ਸਿਆਸਤਦਾਨ ਤਾਂ ਆ ਕੇ ਕੋਈ ਨਵੀਆਂ ਗੱਲਾਂ ਹੀ ਸੁਣਾਓ, ਤੇ ਅਜੇ ਸਾਡੇ ਮਨਾਂ ਤੇ ਉਹਨਾਂ ਦਾ ਪ੍ਰਭਾਵ ਹੈਗਾ ਹਾਕਮਾਂ ਦਾ। ਉਹਨਾਂ ਦੀ ਹਰ ਗੱਲ ਤੇ ਸਾਨੂੰ ਭਰੋਸਾ ਪਤਾ ਨਹੀਂ ਕਿਉਂ ਆ ਜਾਂਦਾ, ਆਉਂਦਾ ਹਰ ਗੱਲ ਤੇ ਆਉਂਦਾ। ਜੇ ਉਹ ਕਹਿੰਦੇ ਨੇ ਹਾਂ ਰੁਜ਼ਗਾਰ ਦੇਵਾਂਗੇ, ਮੰਨ ਲੈਂਦੇ ਆ। ਜੇ ਉਹ ਕਹਿੰਦੇ ਨੇ ਅਸੀਂ ਭਾਅ ਦੇ ਦਿਆਂਗੇ, ਅਸੀਂ ਮੰਨ ਲੈਂਦੇ ਆ। ਅਸੀਂ ਹਰ ਗੱਲ ਮੰਨਦੇ ਆ ਉਹਨਾਂ ਦੀ, ਤੇ ਉਹ ਹਰ ਗੱਲ ਸੱਚ ਮੁੱਕਰਦੇ। ਜਿਹੜੀ ਸਾਰਾ ਤਜਰਬਾ ਪਿਛਲੇ 75-77 ਸਾਲਾਂ ਦਾ ਤਜਰਬਾ ਹੈ ਵੀ ਉਹ ਹਰ ਗੱਲ ਕਹਿੰਦੇ ਨੇ, ਅਸੀਂ ਹਰ ਗੱਲ ਮੰਨਦੇ ਆ, ਤੇ ਉਹ ਹਰ ਗੱਲ ਮੁੱਕਰਦੇ। ਇਹ ਪੱਕਾ ਅਮਲ ਆ। ਇਸ ਕਰਕੇ ਜੇ ਗੱਲਾਂ ਨੂੰ ਐ ਸਮਝਣਾ ਹੋਵੇ ਤਾਂ ਆਪ ਹੀ ਜੋੜ ਲਾਓ, ਆਪ ਹੀ ਗੱਲਾਂ ਨੂੰ ਸਮਝੋ, ਤੇ ਹੌਲੀ ਹੌਲੀ ਘਰ ਘਰ ਮੁਹਿੰਮ ਨੂੰ ਲੈ ਕੇ ਜਾਣ ਦਾ ਕਦਮ ਚੱਕਾਂਗੇ। ਤੇ ਇਹਦੇ 'ਚ ਸਾਡੀਆਂ ਮਾਵਾਂ ਭੈਣਾਂ ਨੂੰ ਵੱਧ ਤਾਕਤ ਲਾਉਣੀ ਚਾਹੀਦੀ ਹੈ। ਇਹ ਤੋਂ ਅਗਲਾ ਹਿੱਸਾ ਆਉਂਦਾ ਮਾਵਾਂ ਭੈਣਾਂ ਤੋਂ, ਖੇਤ ਮਜ਼ਦੂਰਾਂ ਵਾਲਾ, ਜਿਨ੍ਹਾਂ ਕੋਲੇ ਰੁਜ਼ਗਾਰ ਹੈ, ਕੋਈ ਉਹਦਾ ਜ਼ਮੀਨ ਦਾ ਹੈ ਨਹੀਂ, ਆਮਦਨ ਦਾ ਕੋਈ ਸਾਧਨ ਨਹੀਂ। ਕੀ ਕਰਦੇ ਨੇ ਫਿਰ ਉਹ? ਕਿੱਥੋਂ ਖਾਂਦੇ ਨੇ? ਜਿਹੜਾ ਮਤਲਬ ਕੁਝ ਨਾ ਕੁਝ ਆਪਦਾ ਲਾਉਂਦੇ ਨੇ, ਵੇਚਦੇ ਨੇ। ਚਾਹੇ ਚੋਰੀ ਕਰਕੇ ਵੇਚ ਲੈਣ, ਫਿਰ ਉੱਧਰ ਨੂੰ ਰਾਹ ਤੁਰੂਗਾ, ਚਾਹੇ ਜੋ ਘਰ 'ਚ ਪਿਆ ਉਹਨੂੰ ਹੌਲੀ ਹੌਲੀ ਖਾਣ ਲੱਗਣ ਉਹ ਸਿਉਂਕ ਮੰਗੂ। ਤਾਂ ਹੀ ਨਸ਼ਾ ਖਾਧਾ ਜਾਊ ਉਹਨਾਂ ਤੋਂ, ਕਿਉਂਕਿ ਨਸ਼ਾ ਮੁਫਤ ਤਾਂ ਦਿੰਦਾ ਨਹੀਂ ਕੋਈ, ਉਹ ਤਾਂ ਤੁਹਾਨੂੰ ਇੱਕ ਦਿਨ ਹੀ ਦਿੰਦੇ ਨੇ। ਜੇ ਕਿਸੇ ਨੂੰ ਦਿੰਦੇ ਨੇ ਤਾਂ ਇੱਕ ਦਿਨ ਅੱਧਾ ਦਿਨ ਹੀ ਦਿੰਦੇ ਨੇ, ਨਹੀਂ ਤਾਂ ਨਸ਼ਾ ਮੁਫਤ ਨਹੀਂ ਮਿਲਦਾ, ਮੁੱਲ ਦਾ ਹੀ ਮਿਲਦਾ। ਤੇ ਮੁੱਲੇ ਦਾ ਥੋੜਾ ਨਹੀਂ ਹੈ ਬੇਥਾਂ। ਪਰ ਸਭ ਤੋਂ ਵੱਧ ਗਿਣਤੀ ਇੱਥੇ, ਜਿੰਨੀ ਕੁ ਮੈਂ ਜਾਣਕਾਰੀ ਲਈ ਪੁੱਛ ਦੱਸ ਕਰਕੇ, ਪਿੰਡ 'ਚ ਖਾਸਾ ਵੱਡਾ ਹਿੱਸਾ ਮਜ਼ਦੂਰਾਂ ਵਾਲੇ ਪਾਸੇ ਆ ਜਿਹੜਾ ਨਸ਼ੇ ਤੇ ਲੱਗਿਆ ਹੋਇਆ। ਉੱਥੇ ਬਹੁਤ ਵੱਡੀ ਮਾਰ, ਉੱਥੇ ਤਾਂ ਬਹੁਤ ਵੱਡੀ ਤਰੀਕੇ ਨਾਲ ਜਾ ਕੇ ਸਮਝਾਉਣ ਦੀ ਲੋੜ ਆ। ਮਜ਼ਦੂਰ ਆਗੂਆਂ ਨੂੰ ਵੀ ਚਾਹੀਦਾ, ਗਿਆਨੀ ਉਹ ਵੀ ਬੈਠੇ ਨੇ, ਇਹਨਾਂ ਨੂੰ ਵੀ ਕੰਮ ਕਰਨਾ ਚਾਹੀਦਾ, ਤੇ ਕਿਸਾਨ ਆਗੂਆਂ ਨੂੰ ਵੀ ਮਦਦ ਕਰਨੀ ਚਾਹੀਦੀ ਹੈ। ਪਿੰਡ ਨੂੰ ਵੀ ਸਾਰਿਆਂ ਨੂੰ ਮਦਦ ਕਰਨੀ ਚਾਹੀਦੀ। ਭਾਈ ਤੁਹਾਡਾ ਘਰ ਉੱਜੜ, ਤੁਹਾਡੇ ਉੱਜੜਨ ਨਾਲ ਪਿੰਡ ਉੱਜੜੂਗਾ, ਸਮਾਜ ਉੱਜੜੂਗਾ। ਇਹ ਗੱਲ ਸਮਝਾਈਏ ਹੌਲੀ ਹੌਲੀ, ਕਿ ਕੁਛ ਸਮਝ ਜਾਣਗੇ, ਕੁਛ ਨਹੀਂ ਸਮਝਣਗੇ, ਨਿਖੜ ਜਾਣਗੇ। ਫਿਰ ਕੀ ਹੋਊਗਾ? ਨਿਖੜ ਜਾਣਗੇ ਉਹ। ਜਿਹੜੀ ਜਦੋਂ ਇਹਦੇ 'ਚ ਆਪਾਂ ਲਗਾਤਾਰਤਾ ਰੱਖਾਂਗੇ, ਚਾਹੇ ਤਰੀਕਾ ਕੋਈ ਬਦਲ ਲਓ, ਧਰਨਾ ਮਾਰਨਾ ਕੋਈ ਇੱਕ ਤਰੀਕਾ ਨਹੀਂ, ਘੋਲ ਦੀਆਂ ਸ਼ਕਲਾਂ ਨੇ ਤਾਂ ਕੋਈ ਵੀ ਕਰ ਲਓ ਤੁਸੀਂ, ਪਰ ਇਹਦੇ 'ਚ ਲਗਾਤਾਰਤਾ ਰੱਖੋ। ਇਹ ਰੋਕਣ ਦਾ ਕੰਮ ਤਾਂ ਇਹ ਚੱਲੂ, ਜਿਹੜਾ ਕਦਮ ਤੁਸੀਂ ਚੱਕਿਆ ਇਹਦੇ 'ਚ ਸਫਲਤਾ ਹੋਊਗੀ। ਜਿਹੜੇ ਹਿਸਾਬ ਨਾਲ ਤੁਸੀਂ ਲੱਗੇ ਰਹੋ। ਤੁਹਾਡਾ ਬਹੁਤ ਬਹੁਤ